धरती शाफियाया, मैं धरती शाफियाया, मैनू पापा ने सताया, तौबा तौबा मेरी, मैनू बख्श दे खुदाया, मैं धरती शाफियाया। सौल नो बचाया, लाज़र नु तू जमाया, सौल नो बचाया, लाज़र नु तू जमाया, लाज़र नु तू जमाया, मैं भी हाँ बंदा तेरा, बंदा तेरा, कर रहमत दसाया, तौबा तौबा मेरी, मैनू बख्श दे खुदाया, मैं दर्द शाफियाया। रुड़िया मेरा सफीना, तू फज़ल दा खज़ीना, रुड़िया मेरा सफीना, तू फज़ल दा खज़ीना, तू फज़ल दा खज़ीना, मैनू तू कंडला दे, मैनू तू कंडला दे, मेरा बेड़ा डगमगाया, तौबा तौबा मेरी, मैनू बख्श दे खुदाया, मैं दर्द शाफियाया। हातिम शाफी तेरा, दुख दूर कर दे मेरा, हातिम शाफी तेरा, दुख दूर कर दे मेरा, दुख दूर कर दे मेरा, ये फज़ल दुखी हाँ शाफी, फज़ल तू की हाँ शाफी, तेरे दर ते डेरा लाया, तौबा तौबा मेरी, मैनू बख्श दे खुदाया, मैं दर ते शाफियाया, मैं दर्द शाफियाया, पापा ने सताया, तौबा तौबा मेरी, मैनू बख्श दे खुदाया, मैं दर्द शाफियाया। बाप अते बेटे अते रूह पाक दे नाम ते साडे प्रभु यीशु मसीह दा फजल, खुदा बाप दा प्रेम ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਰੋਜ਼ਿਆਂ ਦਾ ਤੀਸਰਾ ਐਤਵਾਰ ਹੈ, ਜਿਸ ਦੇ ਨਾਲ ਅਸੀਂ ਰੋਜ਼ਿਆਂ ਦੇ ਤੀਸਰੇ ਹਫ਼ਤੇ ਵਿੱਚ ਪ੍ਰਵੇਸ਼ ਕਰਦੇ ਹਾਂ। ਅੱਜ ਦੇ ਪਵਿੱਤਰ ਪਾਠਾਂ ਦੇ ਅਨੁਸਾਰ ਅਸੀਂ ਸੁਣਾਂਗੇ ਕਿ ਖੁਦਾ ਹੀ ਜੀਵਨ ਦਾ ਸਰੋਤ ਹੈ, ਉਸ ਤੋਂ ਹੀ ਜੀਵਨ ਜਲ ਵਹਿੰਦਾ ਹੈ। ਅਸੀਂ ਖਾਸ ਤੌਰ ਤੇ ਵੇਖਦੇ ਹਾਂ, ਜਦੋਂ ਅਸੀਂ ਸੰਤ ਯੂਹੰਨਾ ਦੀ ਅੰਜੀਲ ਉਸ ਦਾ 1 ਅਧਿਆਇ ਦੀ 1 ਐਤ ਪੜ੍ਹਦੇ ਹਾਂ। ਉਸ ਵਿੱਚ ਵਚਨ ਕਹਿੰਦਾ ਹੈ, ਆਦਿ ਵਿੱਚ ਸ਼ਬਦ ਸੀ, ਸ਼ਬਦ ਖੁਦਾ ਦੇ ਨਾਲ ਸੀ
ਅਤੇ ਸ਼ਬਦ ਹੀ ਖੁਦਾ ਸੀ ਅਤੇ ਉਸ ਦੇ ਦੁਆਰਾ ਹੀ ਸਾਰੀਆਂ ਚੀਜ਼ਾਂ ਦੀ ਰਚਨਾ ਹੋਈ। ਪਿਆਰਿਓ, ਅੱਜ ਅਸੀਂ ਪਵਿੱਤਰ ਅੰਜੀਲ ਵਿੱਚ ਵੇਖਦੇ ਹਾਂ ਕਿ ਜਦੋਂ ਸਾਮਰੀ ਔਰਤ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਂਦੀ ਹੈ, ਉਹ ਪ੍ਰਭੂ ਯਿਸੂ ਮਸੀਹ ਦੀਆਂ ਗੱਲਾਂ ਸੁਣਦੀ ਹੈ। ਪ੍ਰਭੂ ਯਿਸੂ ਮਸੀਹ ਦਾ ਵਚਨ ਸੁਣਨ ਦੇ ਨਾਲ ਉਸ ਦੇ ਮਨ ਵਿੱਚ ਵਿਸ਼ਵਾਸ ਪੈਦਾ ਹੁੰਦਾ ਹੈ। ਅਸੀਂ ਵਚਨ ਪੜ੍ਹਦੇ ਹਾਂ, ਸੰਤ ਪੌਲੁਸ ਦਾ ਰੋਮੀਆਂ ਦੀ ਵਿਸ਼ਵਾਸ ਸੰਗਤ ਨੂੰ ਪੱਤਰ ਵਿੱਚੋਂ ਉਸ ਦਾ 10 ਅਧਿਆਇ ਦੀ 17 ਆਇਤ। ਵਿਸ਼ਵਾਸ ਸੰਦੇਸ਼ ਦੇ ਸੁਣਨ ਅਤੇ ਮੰਨਣ ਦੁਆਰਾ ਪੈਦਾ ਹੁੰਦਾ ਹੈ ਅਤੇ ਸੰਦੇਸ਼ ਮਸੀਹ ਦਾ ਪ੍ਰਚਾਰ ਹੈ। ਪਿਆਰਿਓ, ਜਦੋਂ ਸਾਮਰੀ ਔਰਤ ਪ੍ਰਭੂ ਯਿਸੂ ਮਸੀਹ ਦੀਆਂ ਗੱਲਾਂ ਸੁਣਦੀ ਹੈ, ਉਸ ਦਾ ਵਚਨ ਸੁਣਦੀ ਹੈ, ਉਸ ਦੇ ਮਨ ਵਿੱਚ ਵਿਸ਼ਵਾਸ ਪੈਦਾ ਹੁੰਦਾ ਹੈ, ਉਹ ਸ਼ੁੱਧ ਹੁੰਦੀ ਹੈ। ਸਾਡਾ ਮਸੀਹੀ ਜੀਵਨ ਬਪਤਿਸਮੇ ਦੇ ਰਾਹੀਂ ਆਰੰਭ ਹੁੰਦਾ ਹੈ ਤੇ ਅਸੀਂ ਪਵਿੱਤਰ ਆਤਮਾ ਨੂੰ ਗ੍ਰਹਿਣ ਕਰਦੇ ਹਾਂ। ਇਸ ਮਸੀਹੀ ਜੀਵਨ ਦੀ ਯਾਤਰਾ ਦੇ ਵਿੱਚ ਅਸੀਂ ਆਪਣੀਆਂ ਹੀ ਕਮਜ਼ੋਰੀਆਂ, ਆਪਣੇ ਗੁਨਾਹਾਂ, ਆਪਣੀਆਂ ਗਲਤੀਆਂ ਦੇ ਰਾਹੀਂ ਬਹੁਤ ਵਾਰੀ ਅਸ਼ੁੱਧ ਹੋ ਜਾਂਦੇ ਹਾਂ। ਖੁਦਾ ਦਾ ਵਚਨ ਸਾਨੂੰ ਕਹਿੰਦਾ ਹੈ, ਸੰਤ ਯੂਹੰਨਾ ਦੀ ਅੰਜੀਲ ਉਸ ਦਾ 15 ਅਧਿਆਇ ਦੀ 3 ਆਇਤ, ਤੁਸੀਂ ਉਸ ਵਚਨ ਦੇ ਕਾਰਨ ਜਿਹੜਾ ਮੈਂ ਤੁਹਾਨੂੰ ਕਹਿ ਚੁੱਕਾ ਹਾਂ ਪਹਿਲਾਂ ਹੀ ਸ਼ੁੱਧ ਹੋ ਚੁੱਕੇ ਹੋ। ਪਿਆਰਿਓ, ਖੁਦਾ ਦਾ ਵਚਨ ਸਾਨੂੰ ਸ਼ੁੱਧ ਕਰਦਾ ਹੈ, ਸਾਡੇ ਵਿੱਚ ਵਿਸ਼ਵਾਸ ਪੈਦਾ ਕਰਦਾ ਹੈ ਤੇ ਉਸ ਦੇ ਨਾਲ ਹੀ ਜਦੋਂ ਅਸੀਂ ਨਿਰੰਤਰ ਸਾਕਰਾਮੈਂਟ ਗ੍ਰਹਿਣ ਕਰਦੇ ਹਾਂ, ਹਰ ਇੱਕ ਸਾਕਰਾਮੈਂਟ ਨੂੰ ਗ੍ਰਹਿਣ ਕਰਨ ਦਾ ਜੋ ਮਕਸਦ ਹੈ ਉਹ ਇਹੀ ਹੈ ਕਿ ਅਸੀਂ ਪਵਿੱਤਰ ਬਣੀਏ, ਅਸੀਂ ਪਾਕ ਬਣੀਏ, ਅਸੀਂ ਸ਼ੁੱਧ ਹੋਈਏ। ਜਦੋਂ ਅਸੀਂ ਇਹਨਾਂ ਸਾਕਰਾਮੈਂਟਾਂ ਨੂੰ ਸਹੀ ਤਰੀਕੇ ਨਾਲ, ਯੋਗ ਢੰਗ ਨਾਲ ਗ੍ਰਹਿਣ ਕਰਦੇ ਹਾਂ ਤਾਂ ਅਸੀਂ ਸ਼ੁੱਧ ਹੁੰਦੇ ਹਾਂ, ਅਸੀਂ ਪਵਿੱਤਰ ਬਣਦੇ ਹਾਂ ਤੇ ਅੰਤ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੇ ਗਵਾਹ ਬਣਨ ਦੇ ਲਾਇਕ ਬਣ ਜਾਂਦੇ ਹਾਂ। ਸਾਡਾ ਪਵਿੱਤਰ ਜੀਵਨ ਦੂਸਰਿਆਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਦੂਸਰਿਆਂ ਲੋਕਾਂ ਦੇ ਅੱਗੇ ਸਾਨੂੰ ਗਵਾਹ ਬਣਨ ਦਾ ਮੌਕਾ ਪ੍ਰਦਾਨ ਕਰਦਾ ਹੈ। ਆਓ ਅਸੀਂ ਇਸ ਪਾਕ ਮਾਂ ਦੀ ਕੁਰਬਾਨੀ ਵਿੱਚ ਯੋਗ ਢੰਗ ਨਾਲ ਹਿੱਸਾ ਲੈਣ ਦੇ ਲਈ ਆਪਣੀਆਂ ਸਾਰੀਆਂ ਗਲਤੀਆਂ, ਗੁਨਾਹਾਂ ਨੂੰ ਖੁਦਾ ਦੀ ਅਲਤਾਰ ਉੱਤੇ ਚੜਾਈਏ, ਸੱਚੇ ਦਿਲ ਨਾਲ ਪਛਤਾਉਂਦੇ ਹੋਏ ਪ੍ਰਭੂ ਕੋਲੋਂ ਮਾਫੀ ਮੰਗੀਏ। ਵਾਦੇ ਕਰਦਾ ਪੂਰੀ ਕੁਦਰਤ ਵਾਲੇ ਖੁਦਾ ਤੇ ਪੈਣਾ ਭਰਾਵਾਂ ਦੇ ਅੱਗੇ ਮੈਂ ਇੱਕ ਵਾਦੇ ਕਰਦਾ, ਮੈਂ ਇੱਕ ਵਾਦੇ ਕਰਦਾ। ਸੋਚਣ ਬੋਲਣ ਤੇ ਕਰਨਾ ਬਹੁਤ ਗੁਨਾਹ ਕੀਤੇ ਨੇ। ਤਨ ਸਦਾ ਕੁਵਾਰੀ ਮਰੀਅਮ ਤੇ ਸਾਰੇ ਫਰਿਸ਼ਤੇ ਆਸੰਤਾ ਅਗੇ ਲਗੇ ਕਰੋ ਦੁਆ ਸਾਰੇ
प्यारे मैं इकबाल करदा हां पूरी कुदरत वाले खुदा ते पैना प्रावां दे आगे मैं इकबाल करदा मैं इकबाल करदा ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। आमीन। ऐ प्रभु दया करो ऐ प्रभु दया करो ऐ मसीह दया करो ऐ मसीह दया करो ऐ प्रभु दया करो ऐ प्रभु दया करो। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਤੂੰ ਜੋ ਹਰ ਤਰ੍ਹਾਂ ਦੀ ਦਇਆ ਅਤੇ ਨੇਕੀ ਦਾ ਸਰੋਤ ਹੈ ਸਾਨੂੰ ਗੁਨਾਹਾਂ ਦਾ ਕੁਫਾਰਾ ਕਰਨ ਲਈ ਰੋਜ਼ਾਂ ਰੱਖਣ ਪ੍ਰਾਰਥਨਾ ਕਰਨ ਅਤੇ ਪੁੰਨਦਾਨ ਕਰਨ ਦਾ ਤਰੀਕਾ ਸਿਖਾਇਆ ਹੈ। ਸਾਡੇ ਹਲੀਮੀ ਦੇ ਇਕਰਾਰ ਵੱਲ ਰਹਿਮ ਦੀ ਨਜ਼ਰ ਕਰ ਕਿ ਅਸੀਂ ਜੋ ਆਪਣੇ ਗੁਨਾਹਾਂ ਦੇ ਬੋਝ ਦੇ ਕਾਰਨ ਆਪਣੇ ਜ਼ਮੀਰ ਵਿੱਚ ਨੀਵੇਂ ਹੋ ਗਏ ਹਾਂ ਤੇਰੀ ਮਿਹਰ ਨਾਲ ਸਦਾ ਉੱਚੇ ਕੀਤੇ ਜਾਈਏ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। आमीन। ਪਾਠ ਪਹਿਲਾ। ਮਿਸਰ ਦੇਸ਼ ਤੋਂ ਨਿਕਲਣ 'ਤੇ ਯਹੂਦੀਆਂ ਨੂੰ ਪ੍ਰਤਿੱਗਿਆ ਕੀਤੇ ਦੇਸ਼ ਅਰਥਾਤ ਫਿਲਿਸਤੀਨ ਦੇ ਵੱਲ ਚੱਲਦੇ ਹੋਏ ਮਾਰੂ ਭੂਮੀ ਤੋਂ ਜਾਣਾ ਪਿਆ। ਜਦ ਪਾਣੀ ਨਹੀਂ ਮਿਲਿਆ ਤਾਂ ਖੁਦਾ ਨੇ ਮੂਸਾ ਨੂੰ ਕਿਹਾ ਕਿ ਉਹ ਚਟਾਨ ਉੱਤੇ ਡੰਡੇ ਨਾਲ ਪ੍ਰਹਾਰ ਕਰੇ। ਚਟਾਨ 'ਤੇ ਪ੍ਰਹਾਰ ਕਰਨ ਨਾਲ ਉਸ ਵਿੱਚੋਂ ਪਾਣੀ ਫੁੱਟ ਨਿਕਲਿਆ। ਕਲੀਸਿਆ ਨੇ ਉਸ ਚਟਾਨ ਨੂੰ ਮਸੀਹ ਦਾ ਪ੍ਰਤੀਕ ਸਮਝਿਆ ਜਿਸ ਦੇ ਦੁਆਰਾ ਬੈਪਤਿਸਮੇ ਵਿੱਚੋਂ ਸੰਜੀਵਨ ਜਲ ਮਿਲਦਾ ਹੈ। ਕੂਚ ਦਾ ਗ੍ਰੰਥ ਉਹਦਾ 17 ਬਾਬ 3 ਐਤ ਤੋਂ ਲੈ ਕੇ 7 ਐਤ ਤੱਕ। ਸਾਨੂੰ ਪੀਣ ਲਈ ਪਾਣੀ ਦਿਓ। ਪਰ ਲੋਕ ਤਿਹਾਏ ਸਨ। ਉਹ ਫਿਰ ਬੁੜਬੜਾਉਣ ਲੱਗੇ ਅਤੇ ਉਸ ਨੂੰ ਕਹਿਣ ਲੱਗੇ ਤੂੰ ਸਾਨੂੰ ਕਿਉਂ ਮਿਸਰ ਤੋਂ ਇੱਥੇ ਲੈ ਆਇਆ? ਕੀ ਤੂੰ ਸਾਨੂੰ ਸਾਡੇ ਬੱਚਿਆਂ ਅਤੇ ਜਾਨਵਰਾਂ ਸਮੇਤ ਮਾਰਨ ਲਈ ਲੈ ਆਇਆ ਹੈ? ਤਦ ਮੂਸਾ ਨੇ ਖੁਦਾ ਅੱਗੇ ਦੁਹਾਈ ਦੇ ਕੇ ਕਿਹਾ ਮੈਂ ਇਹਨਾਂ ਲੋਕਾਂ ਨਾਲ ਕੀ ਕਰਾਂ? ਇਹ ਤਾਂ ਮੈਨੂੰ ਮਾਰਨ ਲਈ ਤਿਆਰ ਹਨ। ਖੁਦਾ ਨੇ ਮੂਸਾ ਨੂੰ ਕਿਹਾ ਤੂੰ ਕੁਝ ਇਸਰਾਏਲੀ ਬਜ਼ੁਰਗਾਂ ਨੂੰ ਨਾਲ ਲੈ ਕੇ ਅੱਗੇ ਨਿਕਲ ਜਾ। ਆਪਣੇ ਨਾਲ ਆਪਣੀ ਲਾਠੀ ਵੀ ਲੈ ਜਾ ਜੋ ਤੂੰ ਨੀਲ ਨਦੀ ਤੇ ਪਾਣੀ ਤੇ ਮਾਰੀ ਸੀ। ਮੈਂ ਹਰੋਬ ਦੀ ਚਟਾਨ ਤੇ ਤੇਰੇ ਅੱਗੇ ਖੜਾ ਹੋਵਾਂਗਾ। ਤੂੰ ਚਟਾਨ ਤੇ ਆਪਣੀ ਲਾਠੀ ਮਾਰੀ ਤਾਂ ਉਸ ਵਿੱਚੋਂ ਪਾਣੀ ਨਿਕਲੇਗਾ ਜੋ ਇਹ ਲੋਕ ਪੀ ਸਕਦੇ ਹਨ। ਮੂਸਾ ਨੇ ਬਜ਼ੁਰਗਾਂ ਦੇ ਸਾਹਮਣੇ ਇਸੇ ਤਰ੍ਹਾਂ ਕੀਤਾ। ਮੂਸਾ ਨੇ ਉਸ ਥਾਂ ਦਾ ਨਾਂ ਮਸਾਹਾ ਅਤੇ ਮੈਰੀਬਾਹ ਰੱਖਿਆ ਕਿਉਂਕਿ ਇੱਥੇ ਇਸਰਾਏਲੀ ਬੁੜਬੜਾਏ ਸਨ ਅਤੇ ਉਹਨਾਂ ਖੁਦਾ ਨੂੰ ਵੀ ਇਹ ਕਹਿ ਕੇ ਪਰਖਿਆ ਸੀ ਕਿ ਸਾਡੇ ਸੰਗ ਖੁਦਾ ਹੈ। ਇਹ ਪ੍ਰਭੂ ਦੀ ਬਾਣੀ ਹੈ।
गीत रब लई गाओ, आओ एक नवा गीत रब लई गाओ। सब जो जमीन ते ओ गावन लई आओ, सब जो जमीन ते ओ गावन लई आओ, आओ एक नवा गीत। करो सब बुजुर्गी खुदा वंदे नादी, करो सब बुजुर्गी खुदा वंदे नादी। रोज रोज मुक्ति उस दी सुनाओ, रोज रोज मुक्ति उस दी सुनाओ। आओ एक नवा गीत। ਉਹਦੇ ਵੱਡੇ ਕੰਮ ਤੁਸੀਂ ਲੋਕਾਂ ਨੂੰ ਦੱਸੋ, ਉਹਦੇ ਵੱਡੇ ਕੰਮ ਤੁਸੀਂ ਲੋਕਾਂ ਨੂੰ ਦੱਸੋ। कौम आगे बुजुर्गी बताओ, कौम आगे बुजुर्गी बताओ। आओ एक नवा गीत। जो रब है सब देवत्यां नालों वड्डा, क्यों जो रब है सब देवत्यां नालों वड्डा। तुसी लायक तार नाल उसनू वडियाओ, तुसी लायक तार नाल उसनू वडियाओ। आओ एक नवा गीत। ਪਾਠ ਦੂਸਰਾ। ਮਸੀਹ ਦੇ ਦੁਆਰਾ ਸਾਨੂੰ ਖੁਦਾ ਦਾ ਫਜ਼ਲ ਮਿਲ ਗਿਆ ਹੈ। ਉਸਨੇ ਸਾਡੇ ਪਾਪਾਂ ਲਈ ਪਛਤਾਵਾ ਕੀਤਾ ਅਤੇ ਸਾਡੇ ਲਈ ਸਦਾ ਦੀ ਜ਼ਿੰਦਗੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਰੋਮੀਓ ਦੇ ਨਾਮ ਸੰਤ ਪੌਲੁਸ ਦਾ ਪੱਤਰ 5 ਬਾਬ 1-2, 5-8। ਖੁਦਾ ਨੇ ਸਾਨੂੰ ਪਵਿੱਤਰ ਆਤਮਾ ਪ੍ਰਦਾਨ ਕੀਤੀ ਅਤੇ ਉਸ ਦੇ ਦੁਆਰਾ ਖੁਦਾ ਦਾ ਪਿਆਰ ਸਾਡੇ ਦਿਲਾਂ ਵਿੱਚ ਪੈਦਾ ਹੋਇਆ। ਇਸ ਲਈ ਇਹ ਵੇਖਦੇ ਹੋਏ ਕਿ ਅਸੀਂ ਈਮਾਨ ਦੇ ਰਾਹੀਂ ਪਾਪ ਮੁਕਤ ਕੀਤੇ ਜਾਂਦੇ ਹਾਂ, ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀਂ ਖੁਦਾ ਦੇ ਨਾਲ ਸਾਡਾ ਮੇਲ ਹੋਇਆ ਹੈ, ਜਿਸ ਦੇ ਵਸੀਲੇ ਅਸੀਂ ਇਸ ਫਜ਼ਲ ਤੱਕ ਪਹੁੰਚੇ ਹਾਂ ਜਿਸ ਵਿੱਚ ਅਸੀਂ ਸ਼ਾਮਲ ਹਾਂ ਅਤੇ ਖੁਦਾ ਦੀ ਸ਼ਾਨ ਵਿੱਚ ਭਾਗੀ ਹੋਣ ਦੀ ਉਮੀਦ ਵਿੱਚ ਮਾਣ ਕਰਦੇ ਹਾਂ। ਉਮੀਦ ਸਾਨੂੰ ਨਿਰਾਸ਼ ਨਹੀਂ ਕਰਦੀ, ਕਿਉਂਕਿ ਸਾਨੂੰ ਦਿੱਤੇ ਗਏ ਰੂਹ ਪਾਕ ਦੇ ਰਾਹੀਂ ਖੁਦਾ ਦਾ ਪਿਆਰ ਸਾਡੇ ਦਿਲਾਂ ਵਿੱਚ ਪਾਇਆ ਗਿਆ ਹੈ। ਕਿਉਂ ਜੋ ਜਦ ਅਜੇ ਅਸੀਂ ਬੇਸਹਾਰਾ ਸਾਂ ਤਾਂ ਐਨ ਸਹੀ ਸਮੇਂ 'ਤੇ ਮਸੀਹ ਬੇਧਰਮੀਆਂ ਲਈ ਮਰ ਗਿਆ। ਦਰਅਸਲ ਕਿਸੇ ਨੇਕ ਆਦਮੀ ਦੇ ਲਈ ਵੀ ਕੋਈ ਟਾਵਾਂ ਹੀ ਮਰਦਾ ਹੈ, ਪਰ ਹੋ ਸਕਦਾ ਹੈ ਕਿ ਕਿਸੇ ਨੇਕ ਆਦਮੀ ਦੇ ਲਈ ਮਰਨ ਵਾਸਤੇ ਸ਼ਾਇਦ ਕੋਈ ਨਾ ਕੋਈ ਦਲੇਰੀ ਕਰ ਹੀ ਲਵੇ। ਪਰ ਖੁਦਾ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਇਸ ਵਿੱਚ ਦਿੰਦਾ ਹੈ ਕਿ ਜਦੋਂ ਅਜੇ ਅਸੀਂ ਪਾਪੀ ਸਾਂ ਮਸੀਹ ਸਾਡੇ ਲਈ ਮਰ ਗਿਆ। ਇਹ ਪ੍ਰਭੂ ਦੀ ਬਾਣੀ ਹੈ। खुदा दा शुक्र होवे। घर घर में अंजील सुनाएंगे, प्यारे यीशु का नाम बताएंगे।
घर घर में अंजील सुनाएंगे, प्यारे यीशु का नाम बताएंगे। ऐसा छेड़ेंगे मिलकर तराना, जाग उठेगा सारा जमाना। ऐसा छेड़ेंगे मिलकर तराना, जाग उठेगा सारा जमाना। भूले भटकों को राह पर लाएंगे, प्यारे यीशु का नाम बताएंगे। घर घर में अंजील सुनाएंगे, प्यारे यीशु का नाम बताएंगे। प्रभु ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਪਾਠ ਪਵਿੱਤਰ ਅੰਚੀਲ ਦਾ ਸੰਤ ਯਹੂਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਇਸ ਲਈ ਉਹ ਸਾਮਰੀਆ ਦੇ ਸੁਖਾਰ ਨਾਂ ਦੇ ਸ਼ਹਿਰ ਵਿੱਚ ਆਇਆ, ਜੋ ਉਸ ਜ਼ਮੀਨ ਦੇ ਲਾਗੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸਫ ਨੂੰ ਦਿੱਤੀ ਸੀ। ਯਾਕੂਬ ਦਾ ਖੂਹ ਉੱਥੇ ਸੀ ਅਤੇ ਯੀਸ਼ੂ, ਜੋ ਕਿ ਆਪਣੇ ਸਫ਼ਰ ਤੋਂ ਥੱਕ ਗਿਆ ਸੀ, ਖੂਹ ਦੇ ਲਾਗੇ ਬੈਠ ਗਿਆ। ਇਹ ਲਗਭਗ ਦੁਪਹਿਰ ਦਾ ਵੇਲਾ ਸੀ। ਸਾਮਰੀਆ ਦੀ ਇੱਕ ਔਰਤ ਉੱਥੇ ਪਾਣੀ ਭਰਨ ਲਈ ਆਈ। ਯੀਸ਼ੂ ਨੇ ਉਸ ਨੂੰ ਕਿਹਾ, ਮੈਨੂੰ ਪਾਣੀ ਪਿਲਾਓ, ਕਿਉਂ ਜੋ ਉਸ ਦੇ ਚੇਲੇ ਭੋਜਨ ਮੁੱਲ ਲੈਣ ਲਈ ਸ਼ਹਿਰ ਗਏ ਹੋਏ ਸਨ। ਸਾਮਰੀ ਔਰਤ ਨੇ ਯੀਸ਼ੂ ਨੂੰ ਕਿਹਾ, ਤੂੰ ਇੱਕ ਯਹੂਦੀ ਹੈ ਅਤੇ ਮੈਂ ਇੱਕ ਸਾਮਰੀ ਔਰਤ ਹਾਂ, ਤੂੰ ਮੇਰੇ ਕੋਲੋਂ ਪੀਣ ਲਈ ਪਾਣੀ ਕਿਵੇਂ ਮੰਗਦਾ ਹੈ? ਕਿਉਂਕਿ ਯਹੂਦੀਆਂ ਦਾ ਸਾਮਰੀਆਂ ਨਾਲ ਕੋਈ ਮੇਲ ਵਰਤਨ ਨਹੀਂ ਹੈ। ਯੀਸ਼ੂ ਨੇ ਉਸ ਨੂੰ ਉੱਤਰ ਦਿੱਤਾ, ਜੇਕਰ ਤੂੰ ਖੁਦਾ ਦਾ ਵਰਦਾਨ ਜਾਣਦੀ ਤਾਂ ਇਹ ਵੀ ਜਾਣਦੀ ਕਿ ਉਹ ਕੌਣ ਹੈ ਜਿਸ ਨੇ ਤੈਨੂੰ ਕਿਹਾ ਹੈ, ਮੈਨੂੰ ਪਾਣੀ ਪਿਲਾ, ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਜੀਵਨ ਦਾ ਜਲ ਦਿੰਦਾ। ਔਰਤ ਨੇ ਉਸ ਨੂੰ ਕਿਹਾ, ਸਾਹਿਬ, ਪਾਣੀ ਕੱਢਣ ਲਈ ਤੁਹਾਡੇ ਕੋਲ ਕੋਈ ਸਾਧਨ ਨਹੀਂ ਅਤੇ ਖੂਹ ਡੂੰਘਾ ਹੈ, ਫਿਰ ਤੁਹਾਨੂੰ ਇਹ ਜੀਵਨ ਦਾ ਜਲ ਕਿੱਥੋਂ ਮਿਲਦਾ ਹੈ? ਕੀ ਤੁਸੀਂ ਸਾਡੇ ਪਿਤਾ ਯਾਕੂਬ ਤੋਂ ਵੀ ਮਹਾਨ ਹੋ, ਜਿਸ ਨੇ ਸਾਨੂੰ ਇਹ ਖੂਹ ਦਿੱਤਾ ਅਤੇ ਉਸ ਨੇ ਆਪ ਵੀ ਇਸ ਵਿੱਚੋਂ ਪੀਤਾ, ਉਸ ਦੇ ਪੁੱਤਰਾਂ ਅਤੇ ਉਸ ਦੇ ਪਸ਼ੂਆਂ ਨੇ ਵੀ। ਯੀਸ਼ੂ ਨੇ ਉਸ ਨੂੰ ਕਿਹਾ, ਹਰ ਕੋਈ ਜੋ ਪਾਣੀ ਇਸ ਪਾਣੀ ਵਿੱਚੋਂ ਪੀਂਦਾ ਹੈ ਉਸ ਨੂੰ ਫਿਰ ਪਿਆਸ ਲੱਗੇਗੀ, ਪਰ ਜੋ ਕੋਈ ਉਸ ਜਲ ਵਿੱਚੋਂ ਪੀਂਦਾ ਹੈ ਜੋ ਮੈਂ ਦੇਵਾਂਗਾ ਉਸ ਨੂੰ ਕਦੇ ਵੀ ਪਿਆਸ ਨਹੀਂ ਲੱਗੇਗੀ। ਜੋ ਜਲ ਮੈਂ ਦੇਵਾਂਗਾ ਉਹ ਉਸ ਦੇ ਵਿੱਚ ਜਲ ਦਾ ਇੱਕ ਚਸ਼ਮਾ ਬਣ ਜਾਵੇਗਾ, ਜੋ ਅਨੰਤ ਜੀਵਨ ਦੇ ਲਈ ਵਗ ਨਿਕਲਦਾ ਹੈ। ਔਰਤ ਨੇ ਕਿਹਾ, ਸਾਹਿਬ, ਮੈਨੂੰ ਇਹ ਜਲ ਦਿਓ ਤਾਂ ਜੋ ਮੈਂ ਪਿਆਸੀ ਨਾ ਹੋਵਾਂ ਅਤੇ ਨਾ ਫਿਰ ਪਾਣੀ ਭਰਨ ਲਈ ਇੱਥੇ ਆਵਾਂ। ਯੀਸ਼ੂ ਨੇ ਉਸ ਨੂੰ ਕਿਹਾ, ਜਾ ਆਪਣੇ ਪਤੀ ਨੂੰ ਇੱਥੇ ਬੁਲਾ ਲਿਆ। ਔਰਤ ਨੇ ਉਸ ਨੂੰ ਉੱਤਰ ਦਿੱਤਾ, ਮੇਰਾ ਕੋਈ ਪਤੀ ਨਹੀਂ ਹੈ। ਯੀਸ਼ੂ ਨੇ ਉਸ ਨੂੰ ਕਿਹਾ, ਤੂੰ ਇਹ ਠੀਕ ਕਹਿੰਦੀ ਹੈ, ਮੇਰਾ ਕੋਈ ਪਤੀ ਨਹੀਂ ਹੈ, ਕਿਉਂਕਿ ਤੇਰੇ 5 ਪਤੀ ਰਹਿ ਚੁੱਕੇ ਹਨ ਅਤੇ ਜੋ ਹੁਣ ਤੇਰੇ ਨਾਲ ਹੈ ਉਹ ਵੀ ਤੇਰਾ ਪਤੀ ਨਹੀਂ ਹੈ। ਇਹ ਤੂੰ ਸੱਚ ਕਿਹਾ ਹੈ। ਔਰਤ ਨੇ ਉਸ ਨੂੰ ਕਿਹਾ, ਸਾਹਿਬ, ਮੈਂ ਸਮਝ ਗਈ ਹਾਂ ਤੁਸੀਂ ਇੱਕ ਨਬੀ ਹੋ। ਸਾਡੇ ਪੁਰਖੇ ਇਸ ਪਹਾੜ ਉੱਤੇ ਆਰਾਧਨਾ ਕਰਦੇ ਸਨ ਅਤੇ ਤੁਸੀਂ ਕਹਿੰਦੇ ਹੋ ਕਿ ਯਰੂਸ਼ਲਮ ਵਿੱਚ ਉਹ ਥਾਂ ਹੈ ਜਿੱਥੇ ਲੋਕਾਂ ਨੂੰ ਆਰਾਧਨਾ ਕਰਨੀ ਚਾਹੀਦੀ ਹੈ। ਯੀਸ਼ੂ ਨੇ ਉਸ ਨੂੰ ਕਿਹਾ, ਹੈ ਔਰਤ, ਮੇਰਾ ਯਕੀਨ ਕਰ, ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਨਾ ਤਾਂ ਇਸ ਪਹਾੜ ਉੱਤੇ ਅਤੇ ਨਾ ਯਰੂਸ਼ਲਮ ਵਿੱਚ ਬਾਪ ਦੀ ਆਰਾਧਨਾ ਕਰੋਗੇ। ਤੁਸੀਂ ਉਸ ਦੀ ਆਰਾਧਨਾ ਕਰਦੇ ਹੋ ਜਿਸ ਨੂੰ ਤੁਸੀਂ ਜਾਣਦੇ ਨਹੀਂ। ਅਸੀਂ ਉਸ ਦੀ ਆਰਾਧਨਾ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ, ਕਿਉਂਕਿ ਮੁਕਤੀ ਯਹੂਦੀਆਂ ਵਿੱਚੋਂ ਹੈ। ਪਰ ਉਹ ਸਮਾਂ ਆ ਰਿਹਾ ਹੈ ਅਤੇ ਹੁਣ ਆ ਗਿਆ ਹੈ ਜਦੋਂ ਸੱਚੇ ਉਪਾਸਕ ਰੂਹ ਅਤੇ ਸੱਚਾਈ ਨਾਲ ਬਾਪ ਦੀ ਆਰਾਧਨਾ ਕਰਨਗੇ, ਕਿਉਂਕਿ ਬਾਪ ਇਸ ਤਰ੍ਹਾਂ ਦੇ ਉਪਾਸਕਾਂ ਨੂੰ ਲੱਭਦਾ ਹੈ। ਖੁਦਾ ਰੂਹ ਹੈ ਅਤੇ ਜੋ ਉਸ ਦੀ ਆਰਾਧਨਾ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਰੂਹ ਅਤੇ ਸੱਚਾਈ ਨਾਲ ਆਰਾਧਨਾ ਕਰਨ। ਔਰਤ ਨੇ ਉਸ ਨੂੰ ਕਿਹਾ, ਮੈਂ ਜਾਣਦੀ ਹਾਂ ਭਈ ਮਸੀਹ ਆ ਰਿਹਾ ਹੈ,
ਜਦੋਂ ਆ ਜਾਵੇਗਾ ਉਹ ਸਾਨੂੰ ਸਭ ਕੁਝ ਦੱਸੇਗਾ। ਯਿਸੂ ਨੇ ਉਸ ਨੂੰ ਕਿਹਾ, ਮੈਂ ਜੋ ਤੇਰੇ ਨਾਲ ਗੱਲਾਂ ਕਰ ਰਿਹਾ ਹਾਂ ਉਹ ਹੀ ਹਾਂ। ਠੀਕ ਉਸ ਵੇਲੇ ਉਸ ਦੇ ਚੇਲੇ ਆ ਗਏ। ਉਹ ਹੈਰਾਨ ਹੋ ਗਏ ਕਿ ਯਿਸੂ ਇੱਕ ਔਰਤ ਨਾਲ ਗੱਲਾਂ ਕਰ ਰਿਹਾ ਹੈ, ਪਰ ਕਿਸੇ ਨੇ ਨਾ ਆਖਿਆ ਤੁਸੀਂ ਕੀ ਚਾਹੁੰਦੇ ਹੋ ਜਾਂ ਤੁਸੀਂ ਇਸ ਦੇ ਨਾਲ ਕਿਉਂ ਗੱਲਾਂ ਕਰ ਰਹੇ ਹੋ। ਤਾਂ ਉਸ ਔਰਤ ਨੇ ਆਪਣਾ ਪਾਣੀ ਵਾਲਾ ਘੜਾ ਉੱਥੋਂ ਛੱਡਿਆ ਅਤੇ ਸ਼ਹਿਰ ਵਿੱਚ ਜਾ ਕੇ ਲੋਕਾਂ ਨੂੰ ਕਿਹਾ, ਆਓ ਅਤੇ ਇੱਕ ਆਦਮੀ ਨੂੰ ਵੇਖੋ ਜਿਸ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਜੋ ਮੈਂ ਅੱਜ ਤੱਕ ਕੀਤਾ ਹੈ। ਹੋ ਸਕਦਾ ਹੈ ਕਿ ਇਹੀ ਮਸੀਹ ਹੈ। ਲੋਕ ਸ਼ਹਿਰ ਵਿੱਚੋਂ ਨਿਕਲ ਕੇ ਉਸ ਨੂੰ ਮਿਲਣ ਲਈ ਆਉਣ ਲੱਗੇ। ਉਦੋਂ ਤੱਕ ਉਸ ਦੇ ਚੇਲੇ ਕਹਿੰਦੇ ਹੋਏ ਮਿੰਨਤ ਕਰਨ ਲੱਗੇ, ਗੁਰੂ ਜੀ ਖਾਣਾ ਖਾ ਲਵੋ। ਪਰ ਉਸਨੇ ਉਹਨਾਂ ਨੂੰ ਕਿਹਾ, ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਜਿਸ ਦੇ ਬਾਰੇ ਤੁਸੀਂ ਜਾਣਦੇ ਨਹੀਂ। ਇਸ ਲਈ ਚੇਲੇ ਆਪਸ ਵਿੱਚ ਕਹਿਣ ਲੱਗੇ ਕਿ ਕਿਸੇ ਨੇ ਇਸ ਦੇ ਲਈ ਭੋਜਨ ਲਿਆਂਦਾ ਹੈ। ਯਿਸੂ ਨੇ ਉਹਨਾਂ ਨੂੰ ਕਿਹਾ, ਮੇਰਾ ਭੋਜਨ ਉਸ ਦੀ ਮਰਜ਼ੀ 'ਤੇ ਚੱਲਣਾ ਹੈ ਅਤੇ ਉਸ ਦੇ ਕੰਮਾਂ ਨੂੰ ਪੂਰਾ ਕਰਨਾ ਹੈ ਜਿਸ ਨੇ ਮੈਨੂੰ ਘੱਲਿਆ ਹੈ। ਕੀ ਤੁਸੀਂ ਨਹੀਂ ਕਹਿੰਦੇ? ਅਜੇ 4 ਮਹੀਨੇ ਬਾਕੀ ਹਨ ਅਤੇ ਫਿਰ ਵਾਢੀ ਆਵੇਗੀ। ਮੈਂ ਤੁਹਾਨੂੰ ਕਹਿੰਦਾ ਹਾਂ, ਅੱਖਾਂ ਉਤਾਂ ਚੁੱਕੋ ਅਤੇ ਵੇਖੋ ਕਿ ਫਸਲ ਵੱਢਣ ਲਈ ਪੱਕ ਚੁੱਕੀ ਹੈ। ਜੋ ਵਾਢੀ ਕਰਦਾ ਹੈ ਉਹ ਮਜ਼ਦੂਰੀ ਪਾਉਂਦਾ ਹੈ ਅਤੇ ਅਨੰਤ ਜੀਵਨ ਦੇ ਲਈ ਫਲ ਇਕੱਠਾ ਕਰਦਾ ਹੈ, ਤਾਂ ਜੋ ਬੀਜਣ ਵਾਲਾ ਅਤੇ ਵਾਢੀ ਕਰਨ ਵਾਲਾ ਦੋਵੇਂ ਰਲ ਕੇ ਖੁਸ਼ੀ ਮਨਾਉਣ। ਕਿਉਂਕਿ ਇੱਥੇ ਇਹ ਕਹਾਵਤ ਠੀਕ ਢੁਕਵੀਂ ਹੈ, ਬੀਜੇ ਕੋਈ ਅਤੇ ਵੱਢੇ ਕੋਈ। ਮੈਂ ਤੁਹਾਨੂੰ ਉਹ ਫਸਲ ਵੱਢਣ ਲਈ ਘੱਲਿਆ ਹੈ ਜਿਸ ਦੇ ਲਈ ਤੁਸੀਂ ਮਿਹਨਤ ਨਹੀਂ ਕੀਤੀ। ਦੂਜਿਆਂ ਨੇ ਮਿਹਨਤ ਕੀਤੀ ਅਤੇ ਤੁਸੀਂ ਉਹਨਾਂ ਦੀ ਮਿਹਨਤ ਵਿੱਚ ਸ਼ਾਮਿਲ ਹੋ ਗਏ। ਉਸ ਸ਼ਹਿਰ ਦੇ ਬਹੁਤ ਸਾਰੇ ਸਾਮਰੀ ਲੋਕਾਂ ਨੇ ਯਿਸੂ ਤੇ ਈਮਾਨ ਲਿਆਂਦਾ। ਉਸ ਔਰਤ ਦੀ ਇਸ ਗਵਾਹੀ ਦੇ ਕਾਰਨ ਉਸ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ ਜੋ ਮੈਂ ਉਹ ਅੱਜ ਤੱਕ ਕੀਤਾ ਹੈ। ਇਸ ਲਈ ਜਦੋਂ ਸਾਮਰੀ ਲੋਕ ਯਿਸੂ ਕੋਲ ਆਏ ਤਾਂ ਉਹਨਾਂ ਨੇ ਉਸ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਕੋਲ ਰਹਿਣ ਅਤੇ ਉਹ 2 ਦਿਨ ਉੱਥੇ ਰਹੇ। ਉਸ ਦੇ ਵਚਨ ਦੇ ਕਾਰਨ ਹੋਰ ਵੀ ਬਹੁਤ ਸਾਰਿਆਂ ਨੇ ਉਸ ਉੱਤੇ ਈਮਾਨ ਲਿਆਂਦਾ। ਉਹਨਾਂ ਨੇ ਔਰਤ ਨੂੰ ਕਿਹਾ, ਹੁਣ ਅਸੀਂ ਤੇਰੇ ਕਹਿਣ 'ਤੇ ਹੀ ਨਹੀਂ ਮੰਨਿਆ, ਸਗੋਂ ਅਸੀਂ ਆਪ ਉਸ ਨੂੰ ਸੁਣਿਆ ਹੈ ਅਤੇ ਅਸੀਂ ਜਾਣਦੇ ਹਾਂ ਕਿ ਇਹ ਸੱਚਮੁੱਚ ਸੰਸਾਰ ਦਾ ਮੁਕਤੀਦਾਤਾ ਹੈ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਜੇਕਰ ਅਸੀਂ ਅੱਜ ਦੇ ਪਾਠਾਂ ਉੱਤੇ ਗੌਰ ਕਰਦੇ ਹਾਂ ਤਾਂ ਹੋ ਸਕਦਾ ਸਾਨੂੰ ਆਪਣੀਆਂ ਜ਼ਿੰਦਗੀਆਂ, ਸਾਡਾ ਆਪਣਾ ਜੀਵਨ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਵੇ। ਪਹਿਲੇ ਪਾਠ ਵਿੱਚ ਤੁਸੀਂ ਸੁਣਿਆ ਕਿ ਇਸਰਾਏਲ ਲੋਕ ਜਿਨ੍ਹਾਂ ਨੇ ਖੁਦਾ ਦੇ ਬਹੁਤ ਵੱਡੇ ਚਮਤਕਾਰ ਦੇਖੇ, ਖੁਦਾ ਦਾ ਤਾਕਤਵਰ ਹੱਥ ਆਪਣੇ ਨਾਲ ਦੇਖਿਆ, ਪਰ ਫਿਰ ਵੀ ਖੁਦਾ ਦੇ ਵਿਰੁੱਧ ਉਹ ਸ਼ਿਕਾਇਤ ਕਰਦੇ ਨੇ। ਜਦੋਂ ਉਹਨਾਂ ਨੂੰ ਪਾਣੀ ਨਹੀਂ ਮਿਲਿਆ, ਰੋਟੀ ਨਹੀਂ ਮਿਲੀ, ਤਾਂ ਇੱਕਦਮ ਬੁੜ ਬਣਾਉਣ ਲੱਗੇ। ਕਹਿਣ ਲੱਗੇ ਕਿ ਕੀ ਖੁਦਾ ਨੇ ਸਾਨੂੰ ਇੱਥੇ ਮਰਨ ਲਈ ਲਿਆਂਦਾ? ਖੁਦਾ ਕੀ ਸਾਡੇ ਨਾਲ ਹੈ? ਇੱਕ ਤਰ੍ਹਾਂ ਮਖੌਲ ਕਰਨ ਲੱਗੇ। ਅਸੀਂ ਇਹੀ ਲੋਕ ਹਾਂ। ਬਹੁਤੀ ਵਾਰੀ ਅਸੀਂ ਵੀ ਥੋੜ੍ਹੀ ਜਿਹੀ ਮੁਸ਼ਕਿਲ ਜਦੋਂ ਆਉਂਦੀ ਹੈ ਬੁੜਬੜਾਉਣਾ ਲੱਗ ਜਾਂਦੇ ਹਾਂ। ਚਾਹੇ ਅਸੀਂ ਆਪਣੇ ਪਰਿਵਾਰ ਵਾਲਿਆਂ ਨਾਲ ਬੁੜਬੜਾਈਏ, ਚਾਹੇ ਸਾਡਾ ਕੋਈ ਆਗੂ ਹੈ, ਕਲੀਸਿਆ ਹੈ, ਅਸੀਂ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਮੁਸ਼ਕਿਲ ਆਉਂਦੀ ਹੈ ਤਾਂ ਅਸੀਂ ਦੂਸਰਿਆਂ ਦੇ ਵਿਰੁੱਧ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਇੱਕ ਆਮ ਇਨਸਾਨ ਦੀ ਗੱਲ ਹੈ। ਤਾਂ ਜੇਕਰ ਅਸੀਂ ਅੰਜੀਲ ਦਾ ਪਾਠ ਸੁਣੀਏ ਤਾਂ ਉਹੀ ਸਾਨੂੰ ਫਿਰ ਸਾਮਰੀ ਔਰਤ ਵੀ ਸਾਡੇ ਸਾਹਮਣੇ ਇੱਕ ਆਮ ਇਨਸਾਨ ਨੂੰ ਪੇਸ਼ ਕਰਦੀ ਹੈ। ਜਦੋਂ ਪ੍ਰਭੂ ਯਿਸੂ ਮਸੀਹ ਨੇ ਪਾਣੀ ਮੰਗਿਆ ਤਾਂ ਉਸ ਸਾਮਰੀ ਔਰਤ ਨੇ ਕੀ ਕਿਹਾ ਕਿ ਤੁਸੀਂ ਯਹੂਦੀ ਹੋ, ਮੈਂ ਸਾਮਰੀ ਹਾਂ, ਸਾਡੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ, ਮੈਂ ਤੁਹਾਨੂੰ ਪਾਣੀ ਨਹੀਂ ਪਿਲਾ ਸਕਦੀ। ਇੱਕ ਆਮ ਇਨਸਾਨ, ਜੋ ਅਸੀਂ ਜਾਤ ਪਾਤ ਵਿੱਚ ਵਿਸ਼ਵਾਸ ਕਰਦੇ ਹਾਂ, ਉਹੀ ਚੀਜ਼ ਉਹਨੇ ਉਸ ਸਾਹਮਣੇ ਰੱਖੀ ਕਿ ਸਾਡੇ ਵਿੱਚ ਜਾਤ ਪਾਤ ਦਾ ਫਰਕ ਹੈ, ਇਸ ਲਈ ਮੈਂ ਤੁਹਾਨੂੰ ਪਾਣੀ ਨਹੀਂ ਪਿਲਾਉਂਦੀ। ਅਸੀਂ ਇੱਕ ਦੂਜੇ ਤੋਂ ਵੱਖ ਕਰ ਲੈਂਦੇ ਹਾਂ।
ਪਰ ਜਦੋਂ ਪ੍ਰਭੂ ਯਿਸੂ ਮਸੀਹ ਉਸ ਨੂੰ ਸਾਰੀਆਂ ਗੱਲਾਂ ਦੱਸਦਾ ਹੈ, ਉਸ ਉੱਤੇ ਚਾਨਣਾ ਪਾਉਂਦਾ ਹੈ, ਉਸ ਨੂੰ ਗਿਆਨ ਦਿੰਦਾ ਹੈ, ਤਾਂ ਉਹ ਇੱਕ ਮਿਸ਼ਨਰੀ ਬਣ ਜਾਂਦੀ ਹੈ। ਕਿਉਂਕਿ ਉਹ ਆਪਣਾ ਘੜਾ ਛੱਡ ਕੇ ਪਿੰਡ ਵਿੱਚ ਜਾਂਦੀ ਹੈ, ਸਾਰਿਆਂ ਨੂੰ ਦੱਸਦੀ ਕਿ ਇੱਕ ਬੰਦਾ ਆਇਆ ਖੂਹ ਤੇ ਬੈਠਾ ਹੋਇਆ, ਉਸਨੇ ਮੈਨੂੰ ਮੇਰੇ ਬਾਰੇ ਸਾਰਾ ਕੁਝ ਦੱਸ ਦਿੱਤਾ ਜੋ ਮੈਂ ਅੱਜ ਤੱਕ ਕੀਤਾ ਸੀ, ਸ਼ਾਇਦ ਉਹ ਇੱਕ ਨਬੀ ਹੈ। ਅਤੇ ਉਹ ਜਾ ਕੇ ਪ੍ਰਭੂ ਦਾ ਪ੍ਰਚਾਰ ਕਰਨਾ ਸ਼ੁਰੂ ਕਰਦੀ ਹੈ ਅਤੇ ਉਸ ਦੇ ਦੁਆਰਾ ਬਹੁਤ ਸਾਰੇ ਲੋਕ ਪ੍ਰਭੂ ਤੇ ਵਿਸ਼ਵਾਸ ਕਰਦੇ ਹਨ। ਜਦੋਂ ਸਾਡੇ ਵਿੱਚ ਅਗਿਆਨ ਹੁੰਦਾ ਹੈ, ਅਸੀਂ ਬਹੁਤ ਸਾਰੀਆਂ ਗੱਲਾਂ ਨਹੀਂ ਜਾਣਦੇ, ਤਾਂ ਅਸੀਂ ਉਸ ਸਾਮਰੀ ਔਰਤ ਵਾਂਗ ਹਾਂ। ਪਰ ਜਦੋਂ ਸਾਨੂੰ ਗਿਆਨ ਮਿਲ ਜਾਂਦਾ ਹੈ ਤਾਂ ਫਿਰ ਸਾਡੇ ਵਿੱਚ ਫਰਕ ਹੋਣਾ ਚਾਹੀਦਾ, ਸਾਡੇ ਵਿੱਚ ਅੰਤਰ ਆਉਣਾ ਚਾਹੀਦਾ ਹੈ। ਜੋ ਸਾਮਰੀ ਔਰਤ ਪਹਿਲਾਂ ਆਪਣੇ ਮਨ ਵਿੱਚ ਸੋਚਦੀ ਸੀ, ਜੋ ਪੱਖਪਾਤ ਬਾਰੇ ਸੋਚਦੀ ਸੀ, ਜਾਤ ਪਾਤ ਬਾਰੇ ਸੋਚਦੀ ਸੀ, ਪਰ ਹੁਣ ਦੂਸਰੇ ਲੋਕਾਂ ਨੂੰ ਵੀ ਪ੍ਰਭੂ ਕੋਲ ਲਿਆਉਂਦੀ ਹੈ, ਕਿਉਂਕਿ ਉਸ ਨੂੰ ਸੱਚਾ ਗਿਆਨ ਮਿਲ ਗਿਆ, ਉਸ ਉੱਤੇ ਪ੍ਰਭੂ ਦੇ ਗਿਆਨ ਦਾ ਚਾਨਣ ਹੋ ਗਿਆ। ਅਸੀਂ ਹਰ ਐਤਵਾਰ ਨੂੰ ਗਿਰਜਾ ਘਰ ਵਿੱਚ ਆਉਂਦੇ ਹਾਂ, ਸਾਨੂੰ ਪ੍ਰਭੂ ਦਾ ਗਿਆਨ ਮਿਲਦਾ ਹੈ, ਬਾਈਬਲ ਦੇ ਵਿੱਚੋਂ ਪਾਠ ਪੜ੍ਹੇ ਜਾਂਦੇ ਨੇ, ਫਾਦਰ ਸਾਹਿਬ ਸਾਡੇ ਬਾਈਬਲ ਦੇ ਪਾਠ ਦੀ ਵਿਆਖਿਆ ਸਾਡੇ ਸਾਹਮਣੇ ਕਰਦੇ ਨੇ। ਅਸੀਂ ਹਰ ਐਤਵਾਰ, ਹਰ ਪਾਕ ਮਾਸ ਦੇ ਵਿੱਚ, ਹਰ ਗਿਰਜੇ ਦੇ ਵੇਲੇ ਕੋਈ ਨਾ ਕੋਈ ਗਿਆਨ ਪ੍ਰਾਪਤ ਕਰਦੇ ਹਾਂ। ਕੀ ਅਸੀਂ ਉਹ ਗਿਆਨ ਆਪਣੇ ਮਨ ਵਿੱਚ ਰੱਖਦੇ ਹਾਂ? ਕੀ ਉਹ ਗਿਆਨ ਸਾਡਾ ਜੀਵਨ ਬਦਲਣ ਦੇ ਲਈ ਸਾਡੀ ਮਦਦ ਕਰਦਾ ਹੈ? ਤੇ ਜੇ ਸਾਡੇ ਵਿੱਚ ਕੋਈ ਬਦਲਾਵ ਨਹੀਂ ਆਉਂਦਾ, ਸਾਡੇ ਵਿੱਚ ਕੋਈ ਫਰਕ ਨਹੀਂ ਪੈਂਦਾ, ਤਾਂ ਫਿਰ ਇਸ ਗਿਆਨ ਦਾ ਕੋਈ ਫਾਇਦਾ ਨਹੀਂ ਹੈ। ਜਿੱਤ ਕਹਿੰਦੇ ਕਿ ਖੁਦਾ ਦਾ ਵਚਨ ਦੋ ਧਾਰੀ ਤਲਵਾਰ ਵਾਂਗ ਹੈ, ਜਿੱਥੇ ਵੀ ਇਹ ਡਿੱਗਦਾ ਹੈ ਉੱਥੇ ਫਲਦਾ ਹੈ। ਜੇ ਤੁਸੀਂ ਖੁਦਾ ਦਾ ਵਚਨ ਸੁਣਦੇ ਹੋ, ਖੁਦਾ ਦੇ ਵਚਨ ਲਈ ਆਪਣਾ ਦਿਲ ਖੋਲ੍ਹਦੇ ਹੋ, ਤਾਂ ਤੁਹਾਡੇ ਉੱਤੇ ਇਸ ਦਾ ਅਸਰ ਹੋਣਾ ਬਹੁਤ ਜ਼ਰੂਰੀ ਹੈ। ਫਾਦਰ ਜੀ ਨੇ ਪਹਿਲਾਂ ਹੀ ਸਾਨੂੰ ਦੱਸਿਆ, ਕਿਉਂਕਿ ਅੱਜ ਜੀਵਨ ਦੇ ਜਲ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਾਨੂੰ ਜੀਵਨ ਦਾ ਜਲ ਪ੍ਰਭੂ ਯਿਸੂ ਮਸੀਹ ਦਿੰਦਾ ਹੈ। ਜੀਵਨ ਦਾ ਜਲ ਸਾਨੂੰ ਕਿੱਥੋਂ ਮਿਲਦਾ ਹੈ? ਖੁਦਾ ਦਾ ਸ਼ਬਦ, ਜਿਸ ਦੇ ਦੁਆਰਾ ਸਾਰੀ ਦੁਨੀਆ ਰਚੀ ਗਈ, ਜੋ ਖੁਦਾ ਆਪ ਹੈ। ਪਰ ਉਹ ਜੀਵਨ ਦਾ ਜਲ ਪ੍ਰਭੂ ਯਿਸੂ ਮਸੀਹ ਸਾਨੂੰ ਹਰ ਪਾਕ ਮਾਸ ਦੇ ਵਿੱਚ ਦਿੰਦਾ ਹੈ। ਅਸਲੀ ਭੋਜਨ, ਅਸਲੀ ਜੀਵਨ ਦਾ ਜਲ, ਜੋ ਅਸੀਂ ਇਸ ਪਾਕ ਸ਼ਰਾਕਤ ਦੇ ਦੁਆਰਾ ਬਤੀਤ ਕਰਦੇ ਹਾਂ। ਅਸੀਂ ਕਦੀ ਮਰ ਨਹੀਂ ਸਕਦੇ, ਅਨੰਤ ਜੀਵਨ ਦਾ ਭੋਜਨ ਸਾਨੂੰ ਦਿੰਦਾ ਹੈ। ਤੇ ਜੇਕਰ ਅਸੀਂ ਕਹੀਏ ਜੀਵਨ ਦਾ ਜਲ ਜੋ ਪ੍ਰਭੂ ਸਾਨੂੰ ਦੇਣਾ ਚਾਹੁੰਦਾ ਹੈ, ਅਸੀਂ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਕਿੱਦਾਂ ਮਹਿਸੂਸ ਕਰ ਸਕਦੇ ਹਾਂ ਕਿ ਸਾਨੂੰ ਸੱਚਮੁੱਚ ਜੀਵਨ ਦਾ ਜਲ ਮਿਲਿਆ ਹੈ? ਖੁਦਾ ਦਾ ਸ਼ਬਦ, ਤੁਸੀਂ ਇਹਨੂੰ ਪਿਆਰ ਕਰੋ, ਇਹਨੂੰ ਪੜ੍ਹੋ, ਇਹਦੇ 'ਤੇ ਚੱਲਣ ਦੀ ਕੋਸ਼ਿਸ਼ ਕਰੋ। ਸੈਕਰਾਮੈਂਟ ਜਿਹੜੇ ਸਾਨੂੰ ਮਿਲਦੇ ਨੇ, ਹਰ ਸੈਕਰਾਮੈਂਟ ਦਾ ਆਪਣਾ ਅਸਰ ਹੈ। ਬਪਤਿਸਮੇ ਦੇ ਦੁਆਰਾ ਕੀ ਹੁੰਦਾ ਹੈ? ਤੁਸੀਂ ਪ੍ਰਭੂ ਦੇ ਵਿੱਚ ਇੱਕ ਨਵਾਂ ਜੀਵਨ ਪਾ ਚੁੱਕੇ ਹੋ। ਜਿਹੜਾ ਸਾਡਾ ਅਸਲੀ ਗੁਨਾਹ, ਜਿਹਨੂੰ ਅਸੀਂ ਕਹਿੰਦੇ ਮਰੂਸੀ ਗੁਨਾਹ ਜਾਂ ਮਾਈ ਹਵਾ ਤੇ ਬਾਬੇ ਆਦਮ ਦਾ ਗੁਨਾਹ, ਜਿਸ ਗੁਨਾਹ ਦੇ ਦੁਆਰਾ ਸਾਰੀ ਮਨੁੱਖ ਜਾਤੀ ਮੌਤ ਦੇ ਅਧੀਨ ਹੋ ਗਈ, ਬਪਤਿਸਮੇ ਦੇ ਦੁਆਰਾ ਇਹ ਸਾਰੀਆਂ ਬੁਰਾਈਆਂ ਸਾਡੇ ਤੋਂ ਦੂਰ ਹੋ ਜਾਂਦੀਆਂ, ਮੌਤ ਤੋਂ ਆਜ਼ਾਦ ਹੋ ਜਾਂਦੇ ਹਾਂ। ਸਾਡਾ ਨਾਂ ਜਿਹੜਾ ਹਮੇਸ਼ਾ ਦੀ ਜ਼ਿੰਦਗੀ ਦੀ ਕਿਤਾਬ ਵਿੱਚ ਲਿਖਿਆ ਜਾਂਦਾ, ਅਸੀਂ ਖੁਦਾ ਦੇ ਬੇਟੇ ਅਤੇ ਬੇਟੀਆਂ ਬਣ ਜਾਂਦੇ ਹਾਂ, ਅਸੀਂ ਅਸਮਾਨ ਦੇ ਵਾਰਿਸ ਬਣ ਜਾਂਦੇ ਹਾਂ, ਅਤੇ ਅਸੀਂ ਸਵਰਗ ਵਿੱਚ ਜਾਣ ਦੇ ਹੱਕਦਾਰ ਵੀ ਬਣ ਜਾਂਦੇ ਹਾਂ। ਅਤੇ ਇਸ ਲਈ ਬਪਤਿਸਮਾ ਹੀ ਸਾਡੇ ਲਈ ਇੱਕ ਜਲ ਜੀਵਨ ਹੈ, ਹਮੇਸ਼ਾ ਦੀ ਜ਼ਿੰਦਗੀ ਦਾ ਜੀਵਨ ਹੈ। ਇਸਤਕਲਾਲ ਦਾ ਸੈਕਰਾਮੈਂਟ, ਉਹਦੇ ਵਿੱਚ ਸਾਨੂੰ ਪਵਿੱਤਰ ਆਤਮਾ ਦੀ ਮਜ਼ਬੂਤੀ ਮਿਲਦੀ ਹੈ, ਜਿਸ ਨਾਲ ਅਸੀਂ ਆਪਣੇ ਵਿਸ਼ਵਾਸ ਨੂੰ ਦੂਸਰਿਆਂ ਸਾਹਮਣੇ ਪ੍ਰਗਟ ਕਰ ਸਕਦੇ ਹਾਂ। ਪੱਕ ਸ਼ਰਾਕਤ ਜਾਂ ਇਤਰਾਫ ਦਾ ਸੈਕਰਾਮੈਂਟ, ਜਿਸ ਦੇ ਦੁਆਰਾ ਅਸੀਂ ਆਪਣੇ ਪਾਪਾਂ ਦੀ ਮਾਫੀ ਪਾਉਂਦੇ ਹਾਂ। ਸਾਮਰੀ ਔਰਤ ਨੇ ਇੱਕਦਮ ਨਹੀਂ ਵਿਸ਼ਵਾਸ ਕੀਤਾ, ਜਿੱਦਾਂ ਸਾਨੂੰ ਝੂਠ ਬੋਲਣ ਦੀ ਆਦਤ ਹੁੰਦੀ ਹੈ ਕਿ ਅਸੀਂ ਛੋਟੀ ਜਿਹੀ ਮੁਸ਼ਕਿਲ ਤੋਂ ਬਚਣ ਦੇ ਲਈ ਝੂਠ ਬੋਲ ਦਿੰਦੇ ਹਾਂ। ਅਤੇ ਅੱਜ ਸਾਮਰੀ ਔਰਤ ਵੀ ਕਈ ਵਾਰੀ, ਅੱਜ ਉਹਨੇ ਝੂਠ ਨਹੀਂ ਬੋਲਿਆ ਪ੍ਰਭੂ ਕੋਲ ਡਰਦੀ ਨੇ, ਉਹਨੇ ਬਿਲਕੁਲ ਸੱਚ ਕਿਹਾ ਕਿ ਮੇਰਾ ਕੋਈ ਪਤੀ ਨਹੀਂ ਹੈ।
ਪਰ ਅਸੀਂ ਝੂਠ ਬੋਲ ਦਿੰਦੇ ਹਾਂ ਬਹੁਤੀ ਵਾਰੀ। ਪਰ ਉਹਦਾ ਵੀ ਇਲਾਜ ਹੈਗਾ ਹੈ। ਇਤਰਾਫ ਦਾ ਸੈਕਰਾਮੈਂਟ ਇਹ ਸਾਡੇ ਲਈ ਬਹੁਤ ਵੱਡਾ ਤੋਹਫਾ ਹੈ। ਰੋਜ਼ ਦੇ ਗੁੱਸੇ ਗਿਲੇ, ਰੋਜ਼ ਦੇ ਝਗੜੇ, ਇਤਰਾਫ ਦੇ ਸੈਕਰਾਮੈਂਟ ਦੇ ਦੁਆਰਾ ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਪਾਪ ਤੋਂ ਸ਼ੁੱਧ ਕਰ ਸਕਦੇ ਹਾਂ। ਇਹਦਾ ਅਸਰ ਸਾਡੇ ਉੱਤੇ ਇੰਨਾ ਵੱਡਾ ਹੁੰਦਾ ਹੈ। ਇਸ ਲਈ ਜਲ ਜੀਵਨ ਨੂੰ ਆਪਣੇ ਜ਼ਿੰਦਗੀ ਵਿੱਚ ਲਾਗੂ ਕਰਨ ਲਈ ਸਾਨੂੰ ਸ਼ੁੱਧ ਬਣਨਾ ਪਵੇਗਾ, ਜਿਸ ਦੇ ਕਾਰਨ ਅਸੀਂ ਪ੍ਰਭੂ ਦੀ ਸ਼ਕਤੀ ਨੂੰ ਸੱਚਮੁੱਚ ਗ੍ਰਹਿਣ ਕਰ ਸਕਦੇ ਹਾਂ। ਇਸ ਲਈ ਹਰ ਸੈਕਰਾਮੈਂਟ, ਹਰ ਪਾਕ ਮਾਸ ਦੀ ਕੁਰਬਾਨੀ ਸਾਨੂੰ ਉਸ ਅਨੰਤ ਜਲ ਜੀਵਨ ਦੇ ਵਿੱਚ ਵਧਣ ਦੇ ਲਈ ਮਦਦ ਕਰਦੀ ਹੈ ਅਤੇ ਸਾਡੀ ਅਗਵਾਈ ਕਰਦੀ ਹੈ। ਇਸ ਲਈ ਪਿਆਰੇ ਭਰਾਓ ਤੇ ਭੈਣੋ, ਜਦੋਂ ਵੀ ਸਾਡੇ ਉੱਤੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸਾਨੂੰ ਇੱਕਦਮ ਬੁੜਬੜਾਉਣਾ ਨਹੀਂ ਚਾਹੀਦਾ, ਹੌਸਲਾ ਰੱਖਣਾ ਚਾਹੀਦਾ ਹੈ ਅਤੇ ਹਰ ਇੱਕ ਮੁਸ਼ਕਿਲ ਦਾ ਸਾਹਮਣਾ ਕਰਨਾ ਚਾਹੀਦਾ ਹੈ, ਈਮਾਨ ਦੇ ਵਿੱਚ ਰਹਿ ਕੇ, ਪਿਆਰ ਦੇ ਵਿੱਚ ਰਹਿ ਕੇ ਅਤੇ ਉਮੀਦ ਰੱਖਦੇ ਹੋਏ। ਇਹੀ ਅੱਜ ਦੇ ਪਾਠ ਸਾਨੂੰ ਸਿਖਾਉਂਦੇ ਹਨ। ਇਸ ਲਈ ਆਓ ਅਸੀਂ ਇਸ ਪਾਕ ਮਾਸ ਦੀ ਕੁਰਬਾਨੀ ਦੇ ਵਿੱਚ ਅੱਜ ਖਾਸ ਕਰਕੇ ਪ੍ਰਾਰਥਨਾ ਕਰੀਏ ਕਿ ਜੋ ਅਸੀਂ ਇੱਕਦਮ ਘਬਰਾ ਜਾਂਦੇ ਹਾਂ, ਝੂਠ ਬੋਲਣ ਲਈ ਤਿਆਰ ਹੋ ਜਾਂਦੇ ਹਾਂ ਜਾਂ ਬੁੜਬੜਾਉਣ ਦੇ ਲਈ ਤਿਆਰ ਹੋ ਜਾਂਦੇ ਹਾਂ, ਉਹ ਅਸੀਂ ਕਮੀ ਆਪਣੇ ਵਿੱਚੋਂ ਕੱਢਣੀ ਹੈ। ਕਿਉਂਕਿ ਖੁਦਾ ਦੀ ਸ਼ਕਤੀ, ਖੁਦਾ ਦਾ ਪਿਆਰ ਹਰ ਵੇਲੇ ਸਾਡੇ ਉੱਤੇ ਪ੍ਰਗਟ ਹੁੰਦਾ ਹੈ। ਖੁਦਾ ਦੀਆਂ ਬਰਕਤਾਂ ਬਹੁਤ ਸਾਰੀਆਂ ਹਨ ਜਿਨ੍ਹਾਂ ਦੇ ਲਈ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ। ਆਓ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਜ਼ਿੰਦਗੀ ਦਾ ਥੰਮ ਮੰਨੀਏ, ਆਪਣੀ ਜ਼ਿੰਦਗੀ ਦਾ ਸਰੋਤ ਮੰਨੀਏ, ਆਪਣੀ ਜ਼ਿੰਦਗੀ ਦੀ ਹਰ ਇੱਕ ਚੀਜ਼ ਮੰਨੀਏ, ਤਾਂ ਕਿ ਅਸੀਂ ਉਸ ਅਨੰਤ ਜੀਵਨ ਦਾ ਜਲ ਜੋ ਪ੍ਰਭੂ ਸਾਨੂੰ ਦਿੰਦਾ ਹੈ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਸਕੀਏ, ਉਸ ਨੂੰ ਮਹਿਸੂਸ ਕਰ ਸਕੀਏ, ਉਸ ਦਾ ਆਨੰਦ ਮਾਣ ਸਕੀਏ ਅਤੇ ਇੱਕ ਦਿਨ ਆਪਣੇ ਪ੍ਰਭੂ ਕੋਲ ਸਵਰਗਾਂ ਵਿੱਚ ਹਮੇਸ਼ਾ ਲਈ ਉਸ ਦੀ ਆਰਾਧਨਾ ਕਰਨ ਲਈ ਉਸ ਦੇ ਕੋਲ ਜਾ ਸਕੀਏ। ਇਸ ਲਈ ਆਓ ਇਸ ਪਾਕ ਮਾਸ ਦੀ ਕੁਰਬਾਨੀ ਨੂੰ ਅੱਗੇ ਚੜਾਉਂਦੇ ਹੋਏ, ਖੁਦਾ ਦੀਆਂ ਬਰਕਤਾਂ ਮੰਗਦੇ ਹੋਏ ਅਸੀਂ ਇਸ ਕੁਰਬਾਨੀ ਨੂੰ ਅੱਗੇ ਵਧਾਈਏ। ਹੁਣ ਅਸੀਂ ਸਾਰੇ ਖੜੇ ਹੋ ਜਾਵਾਂਗੇ ਅਤੇ ਆਪਣੇ ਈਮਾਨ ਨੂੰ ਖੁਦਾ ਦੇ ਸਾਹਮਣੇ ਉਸ ਦਾ ਐਲਾਨ ਕਰਾਂਗੇ। ਰਸੂਲਾਂ ਦਾ ਕਲਮਾ। ਮੈਂ ਖੁਦਾ ਉੱਤੇ ਮਾਰ ਰੱਖਦਾ ਹਾਂ, ਜਿਹੜਾ ਬਾਪ ਪੂਰੀ ਕੁਦਰਤ ਵਾਲਾ, ਆਸਮਾਨ ਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ। ਮੈਂ ਯਿਸੂ ਮਸੀਹ ਉੱਤੇ ਮਾਰ ਰੱਖਦੀ ਹਾਂ, ਜਿਹੜਾ ਉਸ ਦਾ ਇਕਲੌਤਾ ਬੇਟਾ ਸਾਡਾ ਖੁਦਾਵੰਦ ਹੈ, ਔਰ ਉਹ ਪਾਕ ਦੀ ਕੁਦਰਤ ਦੇ ਨਾਲ ਕੁਆਰੀ ਮਰੀਮ ਦੇ ਘਰ ਵਿੱਚ ਪਿਆ, ਉਸ ਤੋਂ ਜੰਮਿਆ। ਉਸਨੇ ਪੈਂਤੁਸ ਪਿਲਾਤੁਸ ਦੇ ਹੱਥ ਵਿੱਚ ਦੁੱਖ ਉਠਾਇਆ, ਸਲੀਬ ਉੱਤੇ ਚਾੜਿਆ ਗਿਆ, ਮਰ ਗਿਆ ਤੇ ਦਬਿਆ ਗਿਆ, ਬਰਜਰ ਵਿੱਚ ਜਾ ਉਤਰਿਆ, ਤੀਸਰੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ, ਆਸਮਾਨ ਉੱਤੇ ਚੜ੍ਹ ਗਿਆ, ਖੁਦਾ ਬਾਪ ਪੂਰੀ ਕੁਦਰਤ ਵਾਲੇ ਦੇ ਸੱਜੇ ਜਾ ਬੈਠਾ, ਜਿੱਥੋਂ ਜਿਉਂਦਿਆਂ ਤੇ ਮੁਰਦਿਆਂ ਦਾ ਇਨਸਾਫ ਕਰਨ ਲਈ ਫਿਰ ਆਵੇਗਾ। ਮੈਂ ਮਾਰ ਰੱਖਦੀ ਹਾਂ ਕੁੱਤੇ, ਇੱਕ ਪਾਕ ਕੈਥੋਲਿਕ ਕਲੀਸਿਆ, ਪਾਕ ਲੋਕਾਂ ਦੀ ਸ਼ਰਾਕਤ, ਗੁਨਾਹਾਂ ਦੀ ਮਾਫੀ, ਜਿਸਮ ਦਾ ਜੀ ਉੱਠਣਾ ਅਤੇ ਹਮੇਸ਼ਾ ਜ਼ਿੰਦਗੀ ਤੇ। ਆਮੀਨ। प्यारे भराओ ते भैणों, पूरी कुदरत वाले खुदा बाप ने अपने इकलौते बेटे प्रभु यीशु मसीह ਨੂੰ ਸਾਡੇ ਲਈ ਕੁਰਬਾਨ ਕੀਤਾ ਅਤੇ ਮਸੀਹ ਨੇ ਸਾਡੇ ਵਿੱਚੋਂ ਹਰ ਇੱਕ ਨੂੰ ਮਾਫੀ ਬਖਸ਼ੀ ਅਤੇ ਆਖਿਆ, ਜਾਓ ਹੁਣ ਤੋਂ ਫਿਰ ਪਾਪ ਨਾ ਕਰਨਾ। ਪਰ ਅਸੀਂ ਫਿਰ ਵੀ ਪਾਪ ਕਰਦੇ ਰਹਿੰਦੇ ਹਾਂ। ਪਾਪ ਦੀ ਦੁਰਦਸ਼ਾ ਅਤੇ ਉਸ ਤੋਂ ਛੁਟਕਾਰਾ ਪਾਉਣ ਦੇ ਰਾਹ ਨੂੰ ਜਾਣਨ ਲਈ ਅਸੀਂ ਦੁਆ ਮੰਗੀਏ ਅਤੇ ਆਪਣੀਆਂ ਜ਼ਰੂਰਤਾਂ ਖੁਦਾ ਦੇ ਅਲਤਾਰ ਉੱਤੇ ਚੜਾਉਂਦੇ ਹੋਏ ਆਖੀਏ, ਐ ਪ੍ਰਭੂ ਸਾਡੀ ਦੁਆ ਸੁਣ। ਏ ਪ੍ਰਭੂ ਸਾਡੀ ਦੁਆ ਸੁਣ। ਅਸੀਂ ਆਪਣੇ ਸੰਤ ਪਾਪਾ ਅਤੇ ਉਹਨਾਂ ਨਾਲ ਜੁੜੇ ਸੰਸਾਰ ਭਰ ਦੇ ਸਾਰੇ ਕੈਥਲਿਕ ਦੇ ਲਈ ਦੁਆ ਮੰਗੀਏ ਕਿ ਉਹ ਸਾਰੇ ਪ੍ਰਭੂ ਯਿਸੂ ਮਸੀਹ ਬਾਰੇ ਗਿਆਨ ਵਿੱਚ ਵਧਣ ਜਾਣ ਅਤੇ ਉਸ ਦਾ ਪ੍ਰਚਾਰ ਕਰਦੇ ਰਹਿਣ। ਅਨੁਵਚਨ। ਏ ਪ੍ਰਭੂ ਸਾਡੀ ਦੁਆ ਸੁਣ। ਅਸੀਂ ਆਪਣੇ ਬਿਸ਼ਪ ਸਾਹਿਬ ਅਤੇ ਸਾਰੇ ਬਿਸ਼ਪ ਸਾਹਿਬਾਂ, ਆਪਣੇ ਫਾਦਰ ਸਾਹਿਬਾਨ ਦੇ ਲਈ ਪ੍ਰਾਰਥਨਾ ਕਰੀਏ ਕਿ ਉਹ ਸਾਰੇ ਪ੍ਰਭੂ ਯਿਸੂ ਮਸੀਹ ਦੀ ਨਿੱਜੀ ਅਨੁਭਵ ਰਾਹੀਂ ਸਾਰਿਆਂ ਤੱਕ ਉਸ ਦੀ ਮੁਕਤੀ ਦਾ ਪੈਗਾਮ ਫੈਲਾਉਂਦੇ ਰਹਿਣ। ਅਨੁਵਚਨ। ਏ ਪ੍ਰਭੂ ਸਾਡੀ ਦੁਆ ਸੁਣ। ਅਸੀਂ ਉਹਨਾਂ ਲੋਕਾਂ ਦੇ ਲਈ ਦੁਆ ਮੰਗੀਏ ਜਿਨ੍ਹਾਂ ਨੇ ਅਜੇ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਿਆ ਹੈ, ਕਿ ਉਹ ਸਾਰੇ ਉਹਨਾਂ ਨੂੰ ਜਾਣਨ, ਪੂਰੀ ਕਲੀਸਿਆ ਦੇ ਮੈਂਬਰ ਬਣਨ ਅਤੇ ਆਤਮਿਕ ਉન્નਤੀ ਹਾਸਲ ਕਰਨ। ਅਨੁਵਚਨ। ਏ ਪ੍ਰਭੂ ਸਾਡੀ ਦੁਆ ਸੁਣ।
ਅਸੀਂ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰੀਏ ਜਿਨ੍ਹਾਂ ਉੱਤੇ ਗਲਤ ਦੋਸ਼ ਲਗਾਏ ਜਾਂਦੇ ਹਨ, ਜਿਹੜੇ ਗਲਤ ਅਪਰਾਧ ਦੇ ਕਾਰਨ ਜੇਲ੍ਹ ਭੁਗਤ ਰਹੇ ਹਨ। ਖੁਦਾ ਉਹਨਾਂ ਨੂੰ ਤਾਕਤ ਬਖਸ਼ੇ ਤਾਂ ਕਿ ਉਹ ਇੱਕ ਸਭ ਕੁਝ ਹੌਸਲੇ ਨਾਲ ਸਹਿ ਸਕਣ ਅਤੇ ਸੰਸਾਰ ਵਿੱਚ ਨਿਆਂ ਦਾ ਰਾਜ ਸਥਾਪਿਤ ਹੋ ਜਾਵੇ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਯਿਸੂ, ਅੱਜ ਅਸੀਂ ਖਾਸ ਕਰਕੇ ਪ੍ਰਾਰਥਨਾ ਕਰਦੇ ਹਾਂ ਆਪਣੇ ਮਾਨਯੋਗ ਫਾਦਰ ਮਾਰਟਿਨ ਸਾਦਕ ਜੀ ਦੇ ਵਾਸਤੇ, ਉਹਨਾਂ ਦੀ ਪੂਰੀ ਟੀਮ ਦੇ ਵਾਸਤੇ, ਪ੍ਰਾਰਥਨਾ ਭਵਨ ਚੈਨਲ ਦੇ ਵਾਸਤੇ। ਐ ਖੁਦਾ ਬਾਪ, ਸਾਡੇ ਫਾਦਰ ਮਾਰਟਿਨ ਜੀ ਉੱਤੇ, ਇਹਨਾਂ ਦੀ ਪੂਰੀ ਟੀਮ ਉੱਤੇ ਹਮੇਸ਼ਾ ਆਪਣੀ ਦਇਆ ਅਤੇ ਕਿਰਪਾ ਬਣਾਈ ਰੱਖਣਾ, ਤਾਂ ਜੋ ਪਿਤਾ ਪਰਮੇਸ਼ਵਰ ਇਹ ਸੱਚਮੁੱਚ ਇਸ ਚੈਨਲ ਪ੍ਰਾਰਥਨਾ ਭਵਨ ਦੇ ਦੁਆਰਾ ਦੁਨੀਆ ਦੇ ਕੋਨੇ-ਕੋਨੇ ਵਿੱਚ ਤੁਹਾਡੇ ਪਵਿੱਤਰ ਵਚਨ ਨੂੰ ਫੈਲਾਉਂਦੇ ਰਹਿਣ ਅਤੇ ਹਰ ਇਨਸਾਨ ਨੂੰ ਤੁਹਾਡੇ ਸ਼ੁਭ ਸਮਾਚਾਰ ਬਾਰੇ ਜਾਣਕਾਰੀ ਦਿੰਦੇ ਹੋਏ ਤੁਹਾਡੇ ਨਾਂ ਦੀ ਮਹਿਮਾ ਅਤੇ ਵਡਿਆਈ ਕਰਦੇ ਰਹਿਣ। ਅਨੁਵਚਨ। हे प्रभु साडी दुआ सुन। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਕਿਉਂਕਿ ਪਿੰਡ ਤੋਂ ਡਾਕਟਰ ਸੋਨੂ ਤੋਂ ਨੇ ਪ੍ਰਵਾਦ ਲਈ ਜੋ ਅੱਜ ਸਾਰੀ ਸੰਗਤ ਲਈ ਲੰਗਰ ਦੀ ਸੇਵਾ ਕਰ ਰਹੇ ਹਨ। ਪਿਤਾ ਪਰਮੇਸ਼ਰ, ਉਹਨਾਂ ਦੇ ਦਿੱਤੇ ਗਏ ਚੜਾਵੇ ਨੂੰ ਕਬੂਲ ਕਰਨਾ, ਉਹਨਾਂ ਦੇ ਹੱਥਾਂ ਵਿੱਚ ਆਪਣੀਆਂ ਬਰਕਤਾਂ ਕਾਇਮ ਕਰਨਾ, ਉਹਨਾਂ ਦੀ ਮਿਹਨਤ ਦੇ ਸਾਰੇ ਕੰਮ ਨੂੰ ਬਰਕਤ ਦੇਣਾ। ਤੁਹਾਡਾ ਪਿਆਰ, ਸ਼ਾਂਤੀ, ਏਕਤਾ ਹਮੇਸ਼ਾ ਉਹਨਾਂ ਦੇ ਘਰ ਵਿੱਚ ਕਾਇਮ ਰਹੇ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਮਾਂ ਮਰੀ ਸਪਾਸ਼ ਮੰਗਦੇ ਹਾਂ ਰਲ ਕੇ ਆਖੀਏ, ਸਲਾਮ ਐ ਮਰੀਮ, ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੇ ਪੇਟ ਦਾ ਫਲ ਯਿਸੂ। ਐ ਹਜ਼ਰਤ ਮਰੀਮ ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਐ ਖੁਦਾ ਸਾਡੇ ਬਾਪ, ਇੱਥੇ ਹਾਜ਼ਰ ਇਮਾਨਦਾਰਾਂ ਦੀਆਂ ਬੇਨਤੀਆਂ ਨੂੰ ਸੁਣ ਤੇ ਕਬੂਲ ਕਰ। ਅਸੀਂ ਆਪਣੇ ਆਪ ਨੂੰ ਸਮਝੀਏ ਅਤੇ ਆਪਣੇ ਪਾਪਾਂ ਲਈ ਪਛਤਾਵਾ ਕਰੀਏ, ਜਿਸ ਵਿੱਚ ਪਾਪ ਫਿਰ ਤੋਂ ਨਾ ਕਰਨ ਦਾ ਵਾਅਦਾ ਵੀ ਸ਼ਾਮਿਲ ਹੈ। ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਯਿਸੂ ਸੂਲੀ ਵਾਲੇ ਸ਼ਾਫੀ, ਨਜ਼ਰਾਂ ਤੈਨੂੰ ਚੜਾਵਾਂ ਮੈਂ, ਗੀਤ ਤੇਰੇ ਨਾਂ ਦੇ ਸ਼ਾਫੀ, ਲੋਕਾਂ ਨੂੰ ਸੁਣਾਵਾਂ ਮੈਂ। ਯਿਸੂ ਸੂਲੀ ਵਾਲੇ ਸ਼ਾਫੀ, ਨਜ਼ਰਾਂ ਤੈਨੂੰ ਚੜਾਵਾਂ ਮੈਂ, ਗੀਤ ਤੇਰੇ ਨਾਂ ਦੇ ਸ਼ਾਫੀ, ਲੋਕਾਂ ਨੂੰ ਸੁਣਾਵਾਂ ਮੈਂ। ਵਿੱਚ ਦਰਬਾਰ ਮੈਂ ਆਇਆ, ਦਿਲ ਨਜ਼ਰਾਨਾ ਨਾਲ ਆਇਆ, ਤੇਰੇ ਵਿੱਚ ਦਰਬਾਰ ਮੈਂ ਆਇਆ, ਦਿਲ ਨਜ਼ਰਾਨਾ ਨਾਲ ਆਇਆ, ਮੇਰੇ ਤੇ ਕਰੀ ਰਹਿਮ ਦਾ ਸਾਇਆ, ਦੁੱਖਾਂ ਤੋਂ ਛੁੱਟੀ ਜਾਵਾਂ ਮੈਂ। ਯਿਸੂ ਸੂਲੀ ਵਾਲੇ ਸ਼ਾਫੀ, ਨਜ਼ਰਾਂ ਤੈਨੂੰ ਚੜਾਵਾਂ ਮੈਂ। ਮੈਨੂੰ ਦੇ ਦੇ ਗੁਨਾਹ ਦੀ ਮਾਫੀ, ਆਖ ਨੇ ਤੈਨੂੰ ਜਗ ਦਾ ਸ਼ਾਫੀ, ਮੈਨੂੰ ਦੇ ਦੇ ਗੁਨਾਹ ਦੀ ਮਾਫੀ, ਆਖ ਨੇ ਤੈਨੂੰ ਜਗ ਦਾ ਸ਼ਾਫੀ, ਦੁੱਖ ਸਹੇ ਨੇ ਮੈਂ ਤੇ ਕਫ ਕੀਤੇ, ਐਵੇਂ ਨਾ
चढ़ावा मैं। तौबा मेरी तौबा करना, तेरे आगे सिर नो तरना। तौबा मेरी तौबा करना, तेरे आगे सिर नो तरना। तेरे हजूर में वायदा करना, बुरिया राह न जावा मैं। यीशु सूली वाले शाफी, नजरा तेनों चढ़ावा मैं। प्रार्थना करो कि साड़ी ते तुहाडी कुर्बानी पूरी गुरु वाले खुदा बाप ਨੂੰ ਕਬੂਲ ਹੋਵੇ। प्रभु इस कुर्बानी ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਤੇ ਉਸਤੇ ਵਡਿਆਈ ਦੇ ਲਈ, ਨਾਲੇ ਸਾਡੇ ਲਈ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਕੁਰਬਾਨੀ ਦੇ ਇਹਨਾਂ ਨਜ਼ਰਾਨਿਆਂ ਨਾਲ ਖੁਸ਼ ਹੋ ਕੇ ਬਖਸ਼ ਦੇ ਕਿ ਅਸੀਂ ਜੋ ਆਪਣੇ ਗੁਨਾਹਾਂ ਲਈ ਮਾਫੀ ਮੰਗਦੇ ਹਾਂ, ਆਪਣੇ ਗੁਆਂਢੀ ਨੂੰ ਮਾਫ ਕਰਨ ਦਾ ਯਤਨ ਵੀ ਕਰੀਏ। ਅਸੀਂ ਇਹ ਮੰਗਦੇ ਹਾਂ तो यीशु मसीह दे राहीं आमीन। प्रभु तुहाडे नाल होवे ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ऐ प्रभु पवित्र बाप, पूरी कुदरत वाले ते अकाल खुदा, ये सचमुच सही ते योग है, मुक्ति पाउण दा राह है कि असी हर वेले अते हर ताम यीशु मसीह अपने प्रभु दे राही तेरा धन्नवाद करिए। सामने औरत तो पीण लई पानी मंगण तो पहला ही मसीह ने उस विच ईमान दे वरदान नूं पैदा कर दिता सी। यीशु दा ईमान कबूल करन लई इन्ना प्यासा सी कि उसने उस औरत दे दिल विच खुदाई प्यार दी अग जगा दिती। धन्नवाद भरी वडियाई नाल असीं फरिश्तियां ते संतां नाल मिल के तेरी शक्ति दे अजूबियां दी सना गाउंदे होए रल के ये पुकारदे हां। पाक 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 खुदावन सदा, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। जमीन आसमान तेरी वडियाइया, नाल परियां ने उचियां विचों होसना। जमीन आसमान तेरी वडियाइया, नाल परियां ने उचियां विचों होसना। होसना होसना होसना, होसना होसना होसना। पाक 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 खुदावन सदा, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। तन है खुदा बंदे ना देओ ते जो आंदा है उचियां विचों होसना। ओ तन है खुदा बंदे ना देओ ते जो आंदा उचियां विचों होसना। होसना होसना होसना, होसना होसना होसना। पाक 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 खुदावन सदा, पाक 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 खुदावन सदा, खुदावन सदा लश्करां दा खुदा,
खुदावन सदा लश्करां दा खुदा। ऐ प्रभु तू सचमुच पवित्र है ਅਤੇ ਸਹੀ ਹੈ। ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਿਦਿਆਈ ਕਰੇ। ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਤੇ ਰੂਹ ਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ। ਇਸ ਲਈ ਹੈ ਪ੍ਰਭੂ ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਆਪਣੀ ਮਿਹਰ ਨਾਲ ਉਹੀ ਰੂਹ ਪਾਕ ਦੇ ਰਾਹੀਂ ਇਹਨਾਂ ਨਜ਼ਾਰਿਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ, ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ, ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਭੇਦਾਂ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸ ਨਾਲ ਵਿਸ਼ਵਾਸਘਾਤ ਕੀਤਾ ਗਿਆ, ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ऐ मेरे प्रभु, ऐ मेरे खुदा। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ऐ मेरे प्रभु, ऐ मेरे खुदा। ਈਮਾਨ ਦਾ ਭੇਦ। प्रभु मुक्ति दाते असीस कुर्बानी देना, तेरी मौत ते भी उठण नू याद कर देना, याद कर देना। ऐ प्रभु मुक्ति दाते असीस कुर्बानी देना, तेरी दूसरी बारी आनी होते आस रख दे, आस रख दे। ਇਸ ਲਈ ਹੈ ਪ੍ਰਭੂ ਅਸੀਂ ਤੇਰੇ ਬੇਟੇ ਦੇ ਮੁਕਤੀਕਾਰੀ ਦੁੱਖ ਭੋਗ, ਉਹਦੇ ਜਲਾਲੀ ਜੀ ਉੱਠਣ ਅਤੇ ਸਵਰਗ ਵਿੱਚ ਚੜ੍ਹ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਹਦੇ ਦੂਜੀ ਵਾਰੀ ਉਹਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦਿਆਂ ਇਹ ਜਿਉਂਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਛਾਵੇ ਉੱਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ, ਜਿਸ ਦੀ ਕੁਰਬਾਨੀ ਤੋਂ ਰਾਜ਼ੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਜਾਏ ਹੋਏ ਅਤੇ ਉਹਦੇ ਰੂਹ ਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਬਦਨ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਨਾ ਬਣਾਵੇ
ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਦੇ ਨਾਲ, ਖਾਸ ਕਰਕੇ ਧੰਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤੇਰੇ ਧੰਨ ਰਸੂਲਾਂ ਦੇ ਨਾਲ, ਤੇਜਸਵੀ ਸ਼ਹੀਦਾਂ ਦੇ ਨਾਲ, ਸੰਤ ਯੂਸਫ ਅਤੇ ਤੇਰੇ ਸਾਰੇ ਸੰਤਾਂ ਦੇ ਨਾਲ ਉਹਨਾਂ ਦੇ ਵਿਰਸੇ ਦੇ ਵਾਰਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਮੁੜ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਦੇ ਲਈ ਅਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਹੋਈ ਆਪਣੀ ਯਾਤਰੀ ਕਲੀਸਿਆ ਨੂੰ, ਆਪ ਆਪਣੇ ਸੇਵਕ ਸੰਤ ਪਾਪਾ ਫਰਾਂਸਿਸ ਨੂੰ, ਸਾਡੇ ਬਿਸ਼ਪ ਅਗਨੇਲੋ ਅਤੇ ਫਰੈਂਕੋ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ, ਪ੍ਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ, ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ, ਜਿਸ ਨੂੰ ਤੂੰ ਆਪਣੇ ਸਾਹਮਣੇ ਸਦਨ ਦੀ ਮਿਹਰ ਕੀਤੀ ਹੈ। ਐ ਦਿਆਲੂ ਬਾਪ, ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਸਾਰੇ ਮੋਏ ਹੋਏ ਭੈਣ ਭਰਾਵਾਂ ਨੂੰ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦਿਆਂ ਇਸ ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ, ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਥੇ ਅਸੀਂ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਜਿਸ ਦੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਮੀਨ। ਆਓ ਅਸੀਂ ਖੁਦਾ ਦਾ ਰਾਜ ਸਾਡੇ ਵਿੱਚ ਆਉਣ ਲਈ ਹੋਈ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। आसमानी है पाक नाम तेरा, इस धरती ते भी होवे ऊंचा मुकाम तेरा। बाप आसमानी तेरी मर्जी होवे पूरी, तेरा राज होवे हर था। रोटी जिंदगी दी मंगदा गुलाम तेरा, साडे गुनाह सारे हुण माफ कर खुदाया। गुनगान सारे मिलके सुबह तो शाम तेरा। हे बाप आसमानी मैं अपने दुश्मनां नू करदा माफ दिल तो। इम्तिहान नाल मेरा मैं हाथ माम तेरा। बदियां ते पापां तो मैनू बचा खुदाया। बदियां दे नाल होवे चर्चा नाम मेरा। है बाप आसमानी है पाक नाम तेरा, इस धरती ते भी होवे ऊंचा मुकाम तेरा।
ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾਓ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। तेरा है राज कुदरत परताप भी है तेरा, सदा तो है ते हुन भी सदा ठीक रहेगा। ਐ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤਾਂ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਇਸਲਾਮ ਦੇਈਏ। ले खुदा दे तो दुनिया दे गुनाह चुक ले जाना है। ले खुदा दे, ले खुदा दे साडे उते दया करो। ले खुदा दे तो दुनिया दे गुनाह चुक ले जाना है। ले खुदा दे, ले खुदा दे साडे उते दया करो। ले खुदा दे तो दुनिया दे गुनाह चुक ले जाना है। ले खुदा दे, ले खुदा दे सानो शांति प्रदान करो। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ਓਏ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਲਿਆਵੇਂ, ਪਰ ਇੱਕ ਹੀ ਸ਼ਬਦ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਦੁਆ ਪਾਕ ਸ਼ਰਾਕਤ ਲੈਣ ਤੋਂ ਪਹਿਲਾਂ ਐ ਮੁਬਾਰਕ ਮਰੀਮ, ਐ ਮੁਬਾਰਕ ਮਰੀਮ, ਤੇਰਾ ਪਿਆਰਾ ਬੇਟਾ, ਤੇਰਾ ਪਿਆਰਾ ਬੇਟਾ ਰੋਟੀ ਅਤੇ ਦਾਖਰਸ ਦੇ ਰੂਪ ਵਿੱਚ, ਰੋਟੀ ਅਤੇ ਦਾਖਰਸ ਦੇ ਰੂਪ ਦੇ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ। ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ। ਸਾਡੇ ਲਈ ਦੁਆ ਕਰ, ਸਾਡੇ ਲਈ ਦੁਆ ਕਰ, ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ, ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਅਤੇ ਪਿਆਰ ਕਰੀਏ। ਆਏ ਸੰਤਿਓਸ, ਐ ਸੰਤਿਉਸ, ਜਿਸ ਤਰ੍ਹਾਂ ਤੂੰ ਪਿਆਰ ਦੇ ਨਾਲ ਜਿਸ ਤਰ੍ਹਾਂ ਤੂੰ ਪਿਆਰ ਮਸੀਹ ਨੂੰ ਪਾਲਿਆ ਹੈ, ਮਸੀਹ ਨੂੰ ਪਾਲਿਆ ਹੈ, ਉਸੇ ਤਰ੍ਹਾਂ ਸਾਨੂੰ ਵੀ ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਉਸ ਦੀ ਸੇਵਾ ਕਰਨੀ ਸਿਖਾ। ਆਮੀਨ। ਆਮੀਨ। तेरा बदन में खावा यीशु, तेरे प्याले जो पीवा यीशु, मेरी जिंदगी दा मालिक है तू, तेथा वारी मैं जावा यीशु। ਦੁਆਵਾਂ ਪਾਕ ਸ਼ਰਾਕਤ ਲੈਣ ਦੇ ਪਿੱਛੋਂ
ਐ ਇਲਾਹੀ ਯਿਸੂ, ਐ ਇਲਾਹੀ ਯਿਸੂ, ਜਿਹੜਾ ਸੱਚਮੁੱਚ ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ, ਮੇਰੇ ਦਿਲ ਵਿੱਚ ਆਇਆ ਹੈ। ਮੈਂ ਸਾਰਿਆਂ ਫਰਿਸ਼ਤਿਆਂ ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਦੇ ਨਾਲ ਅਤੇ ਪਾਕ ਲੋਕਾਂ ਦੇ ਨਾਲ ਤੈਨੂੰ ਸਜਦਾ ਕਰਦਾ ਹਾਂ। ਤੈਨੂੰ ਸਿਜਦਾ ਕਰਦੀ ਹਾਂ। ਤੂੰ ਮੇਰਾ ਖਾਲਿਕ ਅਤੇ ਮਾਲਿਕ ਤੂੰ ਹੈ। ਮੇਰਾ ਖਾਲਿਕ ਅਤੇ ਮਾਲਿਕ ਹੈ। ਤੇਰੀ ਬਜ਼ੁਰਗੀ, ਤੇਰੀ ਬਜ਼ੁਰਗੀ, ਵਡਿਆਈ ਅਤੇ ਬੰਦਗੀ ਕੀਤੀ ਜਾਵੇ। ਵਡਿਆਈ ਅਤੇ ਬੰਦਗੀ ਕੀਤੀ ਜਾਵੇ। ਐ ਮਿਹਰਬਾਨ ਯਿਸੂ, ਐ ਮਿਹਰਬਾਨ ਯਿਸੂ, ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ। ਤੈਨੂੰ ਕੀ ਦੇਵਾਂ। ਮੈਂ ਕੱਖ ਅਤੇ ਮਿੱਟੀ ਮੈਂ ਕੱਖ ਅਤੇ ਮਿੱਟੀ ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ। ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ। ਮੈਂ ਤੇਰੇ ਰਹਿਮਤਾਂ ਦੇ ਗੀਤ ਮੈਂ ਤੇਰੀਆਂ ਰਹਿਮਤਾਂ ਦੇ ਗੀਤ ਸਦਾ ਗਾਵਾਂਗਾ। ਸਦਾ ਗਾਵਾਂਗੀ। ਮੈਂ ਆਪਣੇ ਬਦਨ ਤੇ ਰੂਹ, ਮੈਂ ਆਪਣੇ ਬਦਨ ਅਤੇ ਰੂਹ, ਖਿਆਲਾਂ ਤੇ ਦਲੀਲਾਂ, ਗੱਲਾਂ ਤੇ ਦਲੀਲਾਂ, ਗੱਲਾਂ ਤੇ ਕੰਮਾਂ, ਗੱਲਾਂ ਤੇ ਕੰਮਾਂ, ਖੁਸ਼ੀਆਂ ਤੇ ਦੁੱਖਾਂ, ਖੁਸ਼ੀਆਂ ਤੇ ਦੁੱਖਾਂ, ਨਾਲੇ ਜ਼ਿੰਦਗੀ ਅਤੇ ਮੌਤ ਨੂੰ ਨਾਲੇ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦਾ ਹਾਂ। ਤੇਰੀ ਨਜ਼ਰ ਕਰਦੀ ਹਾਂ। ਮੇਰੇ ਬਦਨ ਨੂੰ ਲੈ ਲੈ, ਮੇਰੇ ਬਦਨ ਨੂੰ ਲੈ ਲੈ, ਇਹਦੇ ਵਿੱਚ ਵਸ ਇਹਦੇ ਵਿੱਚ ਵਸ, ਅਤੇ ਨੂੰ ਸਭ ਗੁਨਾਹੀ ਸ਼ਹਿਵਤ ਤੋਂ ਤੈਨੂੰ ਸਭ ਗੁਨਾਹ ਸ਼ਫਤ ਤੋਂ ਸਾਫ਼ ਰੱਖ। ਸਾਫ਼ ਰੱਖ। ਮੇਰੀ ਮਰਜ਼ੀ ਨੂੰ ਲੈ ਲੈ ਮੇਰੀ ਮਰਜ਼ੀ ਨੂੰ ਲੈ ਲੈ ਅਤੇ ਇਸ ਨੂੰ ਆਪਣੀ ਮਰਜ਼ੀ ਉੱਤੇ ਚਲਾ। ਤੈਨੂੰ ਆਪਣੀ ਮਰਜ਼ੀ ਤੇ ਚਲਾ। ਮੇਰੀ ਯਾਦ ਨੂੰ ਲੈ ਲੈ ਮੇਰੀ ਯਾਦ ਨੂੰ ਲੈ ਲੈ ਅਤੇ ਇਹਦੇ ਵਿੱਚ ਰਿਹਾ ਕਰ, ਤੇ ਇਹਦੇ ਵਿੱਚ ਰਿਹਾ ਕਰ, ਤਾਂ ਜੋ ਮੈਂ ਤੈਨੂੰ ਤਾਂ ਜੋ ਮੈਂ ਤੈਨੂੰ ਕਦੀ ਨਾ ਭੁੱਲਾਂ। ਕਦੇ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਲੈ, ਮੇਰੀ ਅਕਲ ਨੂੰ ਲੈ ਲੈ, ਇਸ ਨੂੰ ਵਧਾ, ਇਸ ਨੂੰ ਬਤਾ, ਤਾਂ ਜੋ ਮੈਂ ਤੈਨੂੰ ਤਾਂ ਜੋ ਮੈਂ ਤੈਨੂੰ ਵਧੇਕ ਜਾਣਾ ਦੇਖ ਜਾਣਾ ਅਤੇ ਪਿਆਰ ਕਰਾਂ। ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਲੈ, ਮੈਨੂੰ ਸਾਰੇ ਨੂੰ ਲੈ ਲੈ, ਤਾਂ ਜੋ ਮੈਂ ਸਭ ਕੁਝ ਜੋ ਮੈਂ ਸਭ ਕੁਝ ਤੇਰੇ ਹੀ ਪਿਆਰ ਵਾਸਤੇ ਤੇਰੇ ਹੀ ਪਿਆਰ ਵਾਸਤੇ ਕਰਿਆ ਕਰਾਂਗਾ। ਕਰਿਆ ਕਰਾਂਗੀ। ਆਮੀਨ। ਆਮੀਨ। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਅਸੀਂ ਉਹਨਾਂ ਚੀਜ਼ਾਂ ਦੀ ਅਮਾਨਤ ਨੂੰ ਹਾਸਲ ਕਰਦੇ ਹਾਂ ਜਿਹੜੀਆਂ ਹਾਲੇ ਸਵਰਗ ਵਿੱਚ ਹੀ ਛਿਪੀਆਂ ਹੋਈਆਂ ਹਨ, ਅਤੇ ਧਰਤੀ ਉੱਤੇ ਰਹਿੰਦਿਆਂ ਹੀ ਅਸੀਂ ਸਵਰਗ ਤੋਂ ਆਉਣ ਵਾਲੀ ਰੋਟੀ ਨਾਲ ਰਜਾਏ ਜਾਂਦੇ ਹਾਂ। ਅਸੀਂ ਹਲੀਮੀ ਨਾਲ ਤੇਰੇ ਅੱਗੇ ਇਹ ਬੇਨਤੀ ਕਰਦੇ ਹਾਂ ਕਿ ਇਸ ਭੇਦ ਦੇ ਰਾਹੀਂ ਸਾਡੇ ਵਿੱਚ ਕੀਤੀ ਜਾਣ ਵਾਲੀ ਤਬਦੀਲੀ ਅਸਲ ਵਿੱਚ ਮੁਕੰਮਲ ਕੀਤੀ ਜਾਵੇ। ਅਸੀਂ ਇਹ ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਅਸੀਂ ਆਪਣੇ ਸਿਰ ਝੁਕਾਵਾਂਗੇ। ਐ ਪ੍ਰਭੂ, ਆਪਣੇ ਇਮਾਨਦਾਰਾਂ ਦੇ ਦਿਲਾਂ ਦੀ ਅਗਵਾਈ ਕਰ ਅਤੇ ਮਿਹਰ ਨਾਲ ਆਪਣੇ ਸੇਵਕਾਂ ਨੂੰ ਇਹ ਫਜ਼ਲ ਬਖਸ਼ ਕਿ ਤੇਰੇ ਲਈ ਅਤੇ ਆਪਣੇ ਗੁਆਂਢੀਆਂ ਦੇ ਲਈ ਪਿਆਰ ਵਿਖਾਉਂਦੇ ਹੋਏ ਉਹ ਤੇਰੇ ਸਾਰੇ ਹੁਕਮਾਂ ਦੀ ਪਾਲਣਾ ਕਰ ਸਕਣ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਸਰਵਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤਾਂ ਸਾਰਿਆਂ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਏਗੀ ਮਸੀਹ ਦੀ ਸ਼ਾਂਤੀ ਵਿੱਚ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। ਯਾਦ ਕਰੇ ਨਹਾਇਤ ਮਿਹਰਬਾਨ ਕੁਵਾਰੀ ਮਾਂ ਮਰੀਮ, ਪਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇ ਤੋਂ ਖਾਲੀ ਗਿਆ ਹੋਵੇ। ਆਏ ਕੁਵਾਰੀਆਂ ਦੀ ਅਤੇ ਮੇਰੀ ਮਾਂ, ਮੈਂ ਤਸੱਲੀ ਨਾਲ ਤੇਰੇ ਕੋਲ ਨਸਾਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤੇਰੀ ਹੋਈ ਕਲਾਮ ਦੀ ਮਾਂ, ਮੇਰੀ ਅਰਜ਼ਨ ਹਕੀਰ ਨਾਲ ਨਾ ਜਾਣੀ, ਸਗੋਂ ਮਿਹਰਬਾਨੀ ਨਾਲ ਸੁਣੀ ਤੇ ਕਬੂਲ ਕਰੀ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਹੈ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਹੈ। ਅਸੀਂ ਰੁਲਦੇ ਫਿਰਦੇ ਸਾਂ, ਅਸੀਂ ਰੁਲਦੇ ਫਿਰਦੇ ਸਾਂ ਤੇ ਹੁਣ ਸਾਨੂੰ ਯਿਸੂ ਮਿਲਿਆ ਏ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰ